ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਟੀਵੀ ਪ੍ਰਾਈਮ ਏਸ਼ੀਆ ਤੇ ਮੈਂ ਹਾਂ ਤੁਹਾਡਾ ਆਪਣਾ ਜਤਿੰਦਰ ਪੰਨੂ। ਇੱਕ ਵਾਰੀ ਫਿਰ ਤੁਹਾਡੇ ਨਾਲ ਕੁਝ ਮੁੱਦਿਆਂ ਦੇ ਉੱਤੇ ਜ਼ਰੂਰੀ ਗੱਲਾਂ ਕਰਨ ਵਾਸਤੇ ਮੈਂ ਇਕੱਲਾ ਤੁਹਾਡੇ ਸਾਹਮਣੇ ਪੇਸ਼ ਹੋਇਆ। ਮੈਂ ਬੇਨਤੀ ਕਰਦਾ ਕਿ ਇਸ ਵੇਲੇ ਦੁਨੀਆ ਦੇ ਵਿੱਚ ਕੁਝ ਹੋਰ ਵਾਪਰਦਾ, ਦੇਸ਼ ਵਿੱਚ ਕੁਝ ਹੋਰ ਵਾਪਰਦਾ ਪਿਆ। ਬੜੇ ਵੱਖਰੇ ਵੱਖਰੇ ਹਾਲਾਤ ਵਿੱਚੋਂ ਵੱਖਰੇ ਵੱਖਰੇ ਥਾਵਾਂ ਦੇ ਲੋਕ ਲੰਘ ਰਹੇ ਨੇ। ਦੁਨੀਆ ਨੇ ਪਹਿਲਾਂ ਕਰੋਨਾ ਵਾਇਰਸ ਨੂੰ ਭੁਗਤਿਆ ਸੀ, ਹੁਣ ਮੰਕੀ ਪਾਕਸ ਜਿਹੜਾ ਵਾ ਉਹ ਵੀ ਇਹਨੂੰ ਡਰਾਉਂਦਾ ਪਿਆ। ਅੱਡ ਅੱਡ ਦੇਸ਼ਾਂ ਤੋਂ ਖਬਰਾਂ ਆ ਰਹੀਆਂ ਨੇ। ਉਹ ਖਬਰਾਂ ਸਾਰੀਆਂ ਦੀਆਂ ਸਾਰੀਆਂ ਸਾਰੀ ਦੁਨੀਆ ਦੇ ਲੋਕਾਂ ਵਾਸਤੇ ਇੱਕੋ ਜਿਹੀ ਚਿੰਤਾ ਵਾਲੀਆਂ ਨੇ। ਉਹਨਾਂ ਤੋਂ ਥੋੜ੍ਹਾ ਜਿਹਾ ਹਟ ਕੇ ਦੁਨੀਆ ਦਾ ਇੱਕ ਹਿੱਸਾ ਇੱਕ ਰੂਸ ਤੇ ਯੂਕਰੇਨ ਵਾਲੀ ਜੰਗ ਵਿੱਚ ਉਲਝਿਆ ਪਿਆ। ਉਸ ਹਿੱਸੇ ਦੇ ਵਿੱਚੋਂ ਵੀ ਇੱਕ ਹਿੱਸਾ ਅਮਰੀਕਾ ਤੇ ਉਹਦੇ ਸਾਥੀਆਂ ਵਾਲੇ ਪਾਸੇ, ਦੂਸਰਾ ਹਿੱਸਾ ਰੂਸ ਵਾਲੇ ਪਾਸੇ ਹੈ। ਜਦੋਂ ਦੁਨੀਆ ਇੱਕ ਪਾਸੇ ਕਰੋਨਾ ਵਾਇਰਸ ਤੇ ਮੰਕੀ ਪਾਕਸ ਦੀ ਜੰਗ ਲੜਦੀ ਪਈ ਹੈ, ਦੁਨੀਆ ਦਾ ਇੱਕ ਹਿੱਸਾ ਦੋ ਥਾਈਂ ਵੰਡ ਕੇ ਰੂਸ ਤੇ ਯੂਕਰੇਨ ਦੀ ਜੰਗ ਲੜਦਾ ਪਿਆ, ਉਦੋਂ ਸਾਡੇ ਭਾਰਤ ਦੇ ਲੋਕ ਹੋਰਨਾਂ ਕੰਮਾਂ ਵਿੱਚ ਉਲਝੇ ਹੋਏ ਨੇ। ਮੈਂ ਇਹ ਬੇਨਤੀ ਕਰਦਿਆਂ ਕਿ ਇਸ ਉਮਰ ਤੱਕ ਜਾ ਕੇ ਵੀ ਮੈਨੂੰ ਅਜੇ ਤੱਕ ਧਰਮ ਕਰਮ ਦੀ ਸਮਝ ਨਹੀਂ ਲੱਗੀ। ਮੈਨੂੰ ਅਜੇ ਤੱਕ ਆਸਤਿਕਤਾ ਤੇ ਨਾਸਤਿਕਤਾ ਦੇ ਵਿਚਕਾਰਲੀ ਲਕੀਰ ਦਾ ਫਰਕ ਪਤਾ ਨਹੀਂ ਲੱਗਾ। ਮੈਂ ਬਹੁਤ ਸਾਰੀਆਂ ਥਾਵਾਂ 'ਤੇ ਲੋਕਾਂ ਨੂੰ ਮਿਲਿਆ। ਲੋਕਾਂ ਦੇ ਵਿਚਾਰ ਵੱਖੋ ਵੱਖਰੇ ਨੇ। ਜਿਹੜੇ ਧਾਰਮਿਕ ਨੇ ਉਹ ਸਿਰਫ ਧਾਰਮਿਕ ਨੇ, ਜਿਹੜੇ ਨਾਸਤਿਕ ਨੇ ਉਹ ਸਿਰਫ ਨਾਸਤਿਕ ਨੇ, ਜਿਹੜੇ ਆਸਤਿਕ ਨੇ ਰੱਬ ਨੂੰ ਮੰਨਣ ਵਾਲੇ ਨੇ ਉਹ ਇਹ ਗੱਲਾਂ ਮੰਨ ਕੇ ਚੱਲਦੇ ਆ ਕਿ ਸਾਰਾ ਕੁਝ ਰੱਬ ਦੇ ਕਹੇ ਮੁਤਾਬਕ ਚੱਲਦਾ, ਉਹਦੇ ਹੁਕਮ ਤੋਂ ਬਗੈਰ ਪੱਤਾ ਨਹੀਂ ਚੱਲਦਾ। ਪਾਕਿਸਤਾਨ ਦਾ ਸ਼ਾਇਰ ਅਲੀ ਸਾਬਰ ਕਹਿੰਦਾ ਹੈ ਕਿ ਜੇ ਪਾਕਿਸਤਾਨ ਦੇ ਮੁਆਫ ਕਰਨਾ ਜੇ ਰੱਬ ਦੇ ਹੁਕਮ ਤੋਂ ਬਗੈਰ ਪੱਤਾ ਵੀ ਨਹੀਂ ਝੁਲਦਾ ਤੇ ਉਹ ਕਹਿੰਦਾ ਜਿਹੜਾ ਤਕੜੇ ਤੇ ਮਾੜੇ ਦਾ ਫਰਕ ਹੈ ਇਹ ਵੀ ਫਿਰ ਰੱਬ ਨੇ ਕੀਤਾ ਹੋਊ। ਜਿਹੜੇ ਡਾਕੇ ਵੱਜਦੇ ਨੇ ਉਹਨਾਂ ਦੇ ਪਿੱਛੇ ਕਿਹੜਾ ਹੈ, ਉਹ ਸਾਰੀਆਂ ਗੱਲਾਂ ਦੇ ਉੱਤੇ ਕਿੰਤੂ ਕਰਦਾ ਹੈ। ਜਿਹੜੇ ਲੋਕ ਦੂਸਰੇ ਪੱਖ ਤੋਂ ਸੋਚਦੇ ਨੇ ਉਹ ਹੋਰ ਹੈ। ਉਹ ਕਹਿੰਦੇ ਸਾਰਾ ਕੁਝ ਰੱਬ ਦੇ ਕਹੇ ਮੁਤਾਬਕ ਹੈ, ਅਸੀਂ ਜੋ ਕੁਝ ਸੋਚਦੇ ਹਾਂ ਉਹ ਸਾਰਾ ਕੁਝ ਸੁਪਨਾ ਹੈ। ਕਹਿੰਦੇ ਇੱਕ ਬੜੇ ਗੁਣੀ ਗਿਆਨੀ ਨੇ ਅੱਜ ਤੋਂ ਕਈ ਸਦੀਆਂ ਪਹਿਲਾਂ ਆਪਣੇ ਚੇਲਿਆਂ ਨੂੰ ਆਖਿਆ, ਜੋ ਕੁਝ ਤੁਹਾਡੇ ਸਾਹਮਣੇ ਵਾਪਰਦਾ ਪਿਆ ਇਹ ਅਸਲ ਵਿੱਚ ਵਾਪਰਦਾ ਨਹੀਂ, ਇਹ ਕੋਈ ਹਕੀਕਤ ਨਹੀਂ, ਇਹ ਇੱਕ ਸੁਪਨਾ ਹੈ। ਇਹ ਸਾਰੀ ਦੁਨੀਆ ਸੁਪਨਾ ਹੈ। ਪਰਾਂ ਖੇਤਾਂ ਵੱਲ ਗਏ, ਹਾਥੀ ਆ ਗਿਆ, ਗੁਰੂ ਭੱਜ ਉੱਠਿਆ ਬਚਣ ਵਾਸਤੇ, ਚੇਲੇ ਮਗਰ ਭੱਜ ਉੱਠੇ। ਗੁਰੂ ਜਾ ਕੇ ਲੁਕ ਗਿਆ, ਚੇਲੇ ਲੁਕ ਗਏ, ਹਾਥੀ ਲੰਘ ਗਿਆ। ਚੇਲਿਆਂ ਨੇ ਕਿਹਾ, ਗੁਰੂ ਜੀ ਜਦੋਂ ਸਾਰਾ ਕੁਝ ਸੁਪਨਾ ਸੀ ਤੇ ਫਿਰ ਤਾਂ ਹਾਥੀ ਵੀ ਸੁਪਨਾ ਸੀ ਤੇ ਤੁਹਾਨੂੰ ਭੱਜਣ ਦੀ ਲੋੜ ਕੀ ਸੀ, ਸਾਨੂੰ ਲੁਕਣ ਦੀ ਲੋੜ ਕੀ ਸੀ। ਤੇ ਗੁਰੂ ਨੇ ਅੱਗੋਂ ਇਹ ਆਖਿਆ, ਕਈ ਸਦੀਆਂ ਪਹਿਲਾਂ ਦੀ ਗੱਲ ਹੈ, ਉਸ ਗੁਰੂ ਨੇ ਆਖਿਆ, ਕਹਿੰਦਾ ਮੈਂ ਭੱਜਿਆ ਹੀ ਕਦੋਂ, ਜਿੱਦਾਂ ਹਾਥੀ ਸੁਪਨਾ ਸੀ, ਮੇਰਾ ਭੱਜਣਾ ਵੀ ਸੁਪਨਾ ਸੀ, ਮੇਰਾ ਜਾਨ ਲੁਕਾਉਣਾ ਵੀ ਸੁਪਨਾ ਸੀ, ਤੁਹਾਡਾ ਮੇਰੇ ਮਗਰ ਵਾਸਤੇ ਲੁਕਣ ਵਾਸਤੇ ਆਉਣਾ ਵੀ ਸੁਪਨਾ ਸੀ। ਇਹ ਸਭ ਕੁਝ ਸੁਪਨਾ ਸੁਪਨਾ ਸੁਪਨਾ, ਇਹ ਸੁਪਨਾ ਸੰਸਾਰ ਹੈ। ਇਹ ਸੁਪਨੇ ਦੇ ਸੰਸਾਰ ਵਿੱਚ ਅਸੀਂ ਇਸ ਗੱਲ ਲਈ ਲੜੀ ਜਾਂਦੇ ਹਾਂ, ਤੇਰਾ ਧਰਮ ਵਧੀਆ, ਮੇਰਾ ਧਰਮ ਵਧੀਆ। ਮੈਨੂੰ ਕਈ ਸਾਲ ਪਹਿਲਾਂ ਇੱਕ ਥਾਂ 'ਤੇ ਇੱਕ ਖੇਡ ਮੁਕਾਬਲੇ ਨੂੰ ਵੇਖਣ ਦਾ ਮੌਕਾ ਮਿਲਿਆ ਤੇ ਮੇਰੇ ਕੋਲ ਖੜੇ ਇੱਕ ਬੜੇ ਵੱਡੇ ਕਿਸਾਨ ਨੇਤਾ ਨੇ ਆਖਿਆ, ਬਈ ਪੰਨੂ ਇੱਕ ਗੱਲ ਸੁਣ ਲਾ, ਜੱਟ ਦਾ ਪੁੱਤ ਇਕੱਲੇ ਨਾਲੋਂ ਇਕੱਲਾ ਤਗੜਾ ਹੋਣਾ ਚਾਹੀਦਾ। ਮੈਂ ਆਖਿਆ ਜੀ ਅਗਲੇ ਪਾਸੇ ਵੀ 5 ਜਿਹੜੇ ਮੁੰਡੇ ਖੜੇ ਜੱਟਾਂ ਦੇ ਪੁੱਤ ਹੋਣ ਤੇ ਕਿਹਦੇ ਤੋਂ ਕੌਣ ਤਗੜਾ ਹੋਊ। ਇਕੱਲੇ ਨਾਲੋਂ ਇਕੱਲਾ ਚਾਹੀਦਾ, ਜੱਟ ਦਾ ਪੁੱਤ ਤਗੜਾ, ਪਰ ਉਹ 5 ਹੀ ਜੱਟ ਦੇ ਪੁੱਤ ਹੋਣ ਫਿਰ ਉਹ ਕਿਤੇ ਤਗੜੇ ਹੋਣਗੇ, ਫਿਰ ਉਹ ਇਕੱਲੇ ਨਾਲੋਂ ਇਕੱਲਾ ਤਗੜਾ ਨਹੀਂ ਹੋ ਸਕਦਾ। ਇਹਦੇ ਨਾਲ ਤਾਂ ਬਿਹਤਰ ਆ ਕਿ ਉਹ 5 ਰਲ ਕੇ ਕੁਛ ਕਰਨ। ਪਰ ਇਹ ਗੱਲਾਂ ਸਮਝਾਉਣੀਆਂ ਬਹੁਤ ਔਖੀਆਂ ਨੇ। ਦਲੀਲ ਦੀ ਗੱਲ ਜਿਹੜੇ ਧਰਮ ਵਾਲੇ ਉਹ ਸੁਣਨ ਨੂੰ ਤਿਆਰ ਨਹੀਂ, ਉਹ ਆਪਣੀਆਂ ਦਲੀਲਾਂ 'ਤੇ ਖੜੇ ਆ। ਇੱਕ ਮਿੱਤਰ ਮੇਰਾ ਇਹੋ ਜਿਹਾ ਸੀ ਜਿਹਦੇ ਵਾਸਤੇ ਬਹੁਤ ਮੁਸ਼ਕਿਲ ਦੀ ਘੜੀ ਸੀ। ਉਹਦੇ ਇੱਕ ਰਿਸ਼ਤੇਦਾਰ ਦਾ ਆਪਰੇਸ਼ਨ ਹੋਣਾ ਸੀ, ਉਹਦੇ ਲਈ ਕਾਫੀ ਸਾਰਾ ਖੂਨ ਚਾਹੀਦਾ ਸੀ। ਕਈਆਂ ਲੋਕਾਂ ਖੂਨ ਦਿੱਤਾ, ਖੂਨ ਮੈਂ ਵੀ ਦੇਣ ਚਲਾ ਗਿਆ। ਉਸ ਮਿੱਤਰ ਦੀ ਜਾਨ ਬਚ ਗਈ। ਕਈ ਦਿਨਾਂ ਬਾਅਦ ਮੈਂ ਪਤਾ ਲੈਣ ਵਾਸਤੇ ਗਿਆ, ਉੱਥੇ ਗੱਲਾਂ ਚੱਲਣ ਲੱਗ ਪਈਆਂ। ਉਹ ਮਿੱਤਰ ਤਰਕਸ਼ੀਲ ਸੀ,
ਪਰ ਉਹਦੇ ਰਿਸ਼ਤੇਦਾਰ ਧਾਰਮਿਕ ਸਨ। ਉਹ ਜਿਹੜੇ ਰਿਸ਼ਤੇਦਾਰ ਸੀ ਉਹਨਾਂ ਨੇ ਆਖਿਆ ਜੀ ਮਹਾਰਾਜ ਦੀ ਕਿਰਪਾ ਹੋ ਗਈ। ਤਰਕਸ਼ੀਲ ਨੇ ਆਖਿਆ ਡਾਕਟਰਾਂ ਬਚਾ ਲਿਆ। ਉਹਨਾਂ ਆਖਿਆ ਡਾਕਟਰਾਂ ਤਾਂ ਬਚਾ ਲਿਆ ਕਿ ਮਹਾਰਾਜ ਦੀ ਕਿਰਪਾ ਸੀ ਡਾਕਟਰਾਂ 'ਤੇ। ਉਹਨਾਂ ਆਖਿਆ ਖੂਨ ਤਾਂ ਲਾਗੇ ਪੰਨੂ ਬੈਠਾ ਇਹਨੇ ਦਿੱਤਾ ਸੀ। ਉਹਨਾਂ ਦੀ ਬੀਬੀ ਕਹਿੰਦੀ ਪੰਨੂ ਨੇ ਵੀ ਤਾਂ ਦਿੱਤਾ ਸੀ ਕਿ ਪੰਨੂ ਦੇ ਮਹਾਰਾਜ ਨੇ ਮਿਹਰ ਪਾਈ ਸੀ ਮਨ ਵਿੱਚ ਤੇ ਤਾਂ ਆਇਆ ਸੀ, ਨਹੀਂ ਤੇ ਪੰਨੂ ਨੇ ਕਾਹਨੂੰ ਆਉਣਾ ਸੀ। ਮੈਂ ਬੈਠਾ ਦੋਵਾਂ ਦੀਆਂ ਗੱਲਾਂ ਸੁਣੀ ਜਾਵਾਂ, ਮੈਂ ਸੋਚੀ ਜਾਵਾਂ ਇਹ ਬੀਬੀ ਠੀਕ, ਉਹ ਭਾਈ ਠੀਕ, ਆਸਤਿਕ ਠੀਕ, ਨਾਸਤਿਕ ਠੀਕ, ਰੱਬ ਨੂੰ ਮੰਨਣ ਵਾਲੀ ਠੀਕ ਕਿ ਤਰਕਸ਼ੀਲ ਠੀਕ। ਫਿਰ ਮੈਂ ਅਖੀਰੇ ਸਿੱਟੇ ਤੇ ਪਹੁੰਚਿਆ ਕਿ ਮਨ ਨੂੰ ਧਰਵਾਸ ਚਾਹੀਦਾ, ਇੱਧਰੋਂ ਸਹੀ ਉੱਧਰੋਂ ਸਹੀ, ਜਿੱਥੋਂ ਕਿਸੇ ਨੂੰ ਮਿਲਦਾ ਉਹ ਲੈ ਲਵੇ। ਪਰ ਗੱਲ ਫਿਰ ਉੱਥੇ ਆਉਂਦੀ ਹੈ ਕਿ ਜੱਟ ਦਾ ਪੁੱਤ ਇਕੱਲੇ ਨਾਲੋਂ ਇਕੱਲਾ ਤਕੜਾ ਚਾਹੀਦਾ। ਪਰ ਜੇ ਸਾਰੇ ਜੱਟ ਦੇ ਪੁੱਤ ਹੋਣ, ਹਰ ਕੋਈ ਆਪਣੇ ਆਪ ਨੂੰ ਆਖੇ ਮੈਂ ਇਕੱਲੇ ਨਾਲੋਂ ਇਕੱਲਾ ਤਕੜਾ ਚਾਹੀਦਾ, ਫਿਰ ਕੀ ਬਣੇਗਾ। ਸਾਡੇ ਦੇਸ਼ ਵਿੱਚ ਇਸ ਵੇਲੇ ਧਰਮਾਂ ਦੇ ਨਾਂ ਦੇ ਉੱਤੇ ਖਿੱਚੋਤਾਣ ਚੱਲਦੀ ਪਈ ਹੈ। ਉਸ ਧਰਮਾਂ ਦੇ ਨਾਂ 'ਤੇ ਜਿਹੜੀ ਖਿੱਚੋਤਾਣ ਚੱਲਦੀ ਹੈ ਉਹ ਬਾਬਰੀ ਮਸਜਿਦ ਤੋਂ ਤੁਰੀ ਸੀ, ਹੁਣ ਤੁਰਦੀ ਤੁਰਦੀ ਮਥੁਰਾ ਵਿੱਚ ਵੀ ਪਹੁੰਚ ਗਈ ਹੈ, ਵਾਰਾਣਸੀ ਵਿੱਚ ਵੀ ਪਹੁੰਚ ਗਈ ਹੈ, ਇੱਥੋਂ ਬਾਅਦ ਕੁਤਬ ਮੀਨਾਰ ਤੱਕ ਵੀ ਆ ਗਈ ਹੈ, ਤਾਜ ਮਹਿਲ ਤੱਕ ਵੀ ਆ ਗਈ ਹੈ। ਕਰਨਾਟਕਾ ਵਿੱਚ ਵੀ ਜਿਹੜਾ ਟੀਪੂ ਸੁਲਤਾਨ ਨੇ ਮਸਜਿਦ ਬਣਾਈ ਸੀ ਉੱਥੇ ਵੀ ਪਹੁੰਚ ਗਈ ਹੈ ਤੇ ਹੁਣ ਕਈਆਂ ਹੋਰਨਾਂ ਥਾਵਾਂ ਦੇ ਉੱਤੇ ਵੀ ਇਹ ਮੁੱਦੇ ਉੱਠਣ ਲੱਗ ਪਏ ਨੇ। ਮੈਨੂੰ ਉਹ ਦਿਨ ਯਾਦ ਹੈ ਜਦੋਂ ਬਾਬਰੀ ਮਸਜਿਦ ਢਾਈ ਗਈ। ਸਾਨੂੰ ਸਿਰਫ ਉਹਦੇ ਉਸ ਵਕਤ ਦੀਆਂ ਘਟਨਾਵਾਂ ਦਾ ਚੇਤਾ ਜਿਹੜੀਆਂ ਭਾਰਤ ਵਿੱਚ ਵਾਪਰੀਆਂ ਸਨ, ਵੱਡੀਆਂ ਘਟਨਾਵਾਂ ਸਨ, ਦੰਗੇ ਵੀ ਹੋਏ ਸਨ, ਪਰ ਸਾਨੂੰ ਉਹਦੇ ਆਂਢ ਗੁਆਂਢ ਪਏ ਅਸਰ ਦਾ ਚੇਤਾ ਨਹੀਂ। ਜਿਸ ਦਿਨ ਬਾਬਰੀ ਮਸਜਿਦ ਇੱਥੇ ਢਾਈ ਗਈ ਉਸੇ ਦਿਨ ਲਾਹੌਰ ਵਿੱਚ ਇੱਕ ਬਹੁਤ ਵੱਡਾ ਮੰਦਿਰ ਢਾਇਆ ਗਿਆ। ਉਸੇ ਦਿਨ ਪਾਕਿਸਤਾਨ ਦੇ ਵਿੱਚ ਰੋਸ ਵਜੋਂ ਕਈ ਥਾਵਾਂ 'ਤੇ ਛੋਟੇ-ਮੋਟੇ ਮੰਦਿਰਾਂ 'ਤੇ ਹਮਲੇ ਹੋਏ। ਕੁਝ ਥਾਵਾਂ 'ਤੇ ਹਿੰਦੂ ਤੇ ਸਿੱਖ ਦਾ ਫਰਕ ਰੱਖੇ ਬਗੈਰ ਗੁਰਦੁਆਰਿਆਂ ਦੇ ਉੱਤੇ ਵੀ ਹਮਲੇ ਹੋਏ ਸਨ, ਪਰ ਬਾਅਦ ਵਿੱਚ ਉਹਨਾਂ ਨੇ ਆਖਿਆ ਕਿ ਅਸੀਂ ਹਿੰਦੂਆਂ ਤੇ ਸਿੱਖਾਂ ਦਾ ਵਖਰੇਵਾਂ ਨਹੀਂ ਕਰ ਸਕੇ। ਅਗਲੇ ਦਿਨ ਕੀ ਹੋਇਆ, ਪਾਕਿਸਤਾਨ ਦੀ ਸਰਕਾਰ ਨੇ ਭਾਰਤ ਦੇ ਹਾਈ ਕਮਿਸ਼ਨ ਨੂੰ ਸੱਦ ਕੇ ਹਾਈ ਕਮਿਸ਼ਨਰ ਨੂੰ ਝਿੜਕ ਪਾਈ, ਉਹਨੂੰ ਝਿੜਕ ਮਾਰੀ, ਉਹਨੂੰ ਝਾੜ ਪਾਈ ਕਿ ਤੁਸੀਂ ਬਾਬਰੀ ਮਸਜਿਦ ਢਾਹ ਕੇ ਗਲਤ ਕੀਤਾ। ਤੇ ਦਿੱਲੀ ਦੇ ਵਿੱਚ ਨਰਸਿਮਹਾ ਰਾਓ ਦੀ ਸਰਕਾਰ ਸੀ, ਕਾਂਗਰਸ ਪਾਰਟੀ ਦੀ ਸਰਕਾਰ। ਇਹਨਾਂ ਨੇ ਪਾਕਿਸਤਾਨ ਦੇ ਹਾਈ ਕਮਿਸ਼ਨਰ ਨੂੰ ਸੱਦ ਕੇ ਇਸ ਗੱਲ ਤੇ ਝਾੜ ਪਾਈ ਕਿ ਭਾਰਤ ਵਿੱਚ ਜੋ ਕੁਝ ਹੋਵੇ ਇਹ ਸਾਡਾ ਅੰਦਰੂਨੀ ਮਾਮਲਾ ਹੈ, ਤੁਸੀਂ ਪਾਕਿਸਤਾਨ ਦੇ ਵਿੱਚ ਮੰਦਿਰਾਂ ਉੱਤੇ ਹਮਲੇ ਕਿਉਂ ਹੋਣ ਦਿੱਤੇ, ਇਹ ਆਖਣ ਤੁਸੀਂ ਕਿਉਂ ਹੋਣ ਦਿੱਤੇ, ਉਹ ਆਖਣ ਤੁਸੀਂ ਕਿਉਂ ਹੋਣ ਦਿੱਤੇ ਆ। ਦੋਵਾਂ ਨੇ ਆਪੋ ਆਪਣੇ ਡਿਪਲੋਮੈਟਿਕ ਕਾਰਵਾਈ ਪਾਈ, ਨਾ ਬਾਬਰੀ ਮਸਜਿਦ ਬਚ ਸਕੀ, ਨਾ ਉੱਥੇ ਜਿਹੜੇ ਮੰਦਿਰ ਸਨ ਉਹਨਾਂ 'ਤੇ ਹੋਇਆ ਹਮਲਾ ਰੁਕ ਸਕਿਆ। ਉਹ ਉੱਥੇ ਤਗੜੇ ਸਨ ਜਿਵੇਂ ਜੱਟ ਦਾ ਪੁੱਤ ਇਕੱਲੇ ਨਾਲੋਂ ਇਕੱਲਾ ਤਗੜਾ ਹੁੰਦਾ, ਇਹ ਇੱਥੇ ਤਗੜੇ ਸਨ ਜਿਵੇਂ ਜੱਟ ਦਾ ਪੁੱਤ ਇਕੱਲੇ ਨਾਲੋਂ ਇਕੱਲਾ ਤਗੜਾ ਹੁੰਦਾ। ਉਹਨਾਂ ਆਪਣੀ ਤਗੜਾਈ ਵਿਖਾ ਲਈ, ਇਹਨਾਂ ਨੇ ਆਪਣੀ ਵਿਖਾ ਲਈ, ਪਰ ਨੁਕਸਾਨ ਕਿਹਦਾ ਹੋਇਆ? ਉਸ ਦੇਸ਼ ਦੇ ਲੋਕਾਂ ਦਾ ਹੋਇਆ ਜਿਹੜੇ ਦੇਸ਼ 'ਚ ਸਾਰਾ ਕੁਝ ਵਾਪਰਿਆ। ਅੱਜ ਫਿਰ ਉਹ ਕੁਝ ਵਾਪਰਦਾ ਪਿਆ। ਮੈਂ ਇਹਦੇ ਉੱਤੇ ਬਹੁਤ ਲੰਮੀ ਕਹਾਣੀ ਨਹੀਂ ਪਾਉਣੀ ਚਾਹੁੰਦਾ, ਪਰ ਮੈਂ ਹਮੇਸ਼ਾ ਹੀ ਇਹ ਸੋਚਦਾ ਹੁੰਦਾ ਕਿ ਸਾਡੇ ਧਰਮ ਵਿੱਚ ਕੋਈ ਦੂਸਰਾ ਆ ਜਾਵੇ, ਅਸੀਂ ਉਹਦੀ ਚਰਚਾ ਬਹੁਤ ਕਰਦੇ ਹਾਂ। ਵੇਖਿਆ ਇੰਨੇ ਲੋਕ ਦੂਸਰੇ ਧਰਮਾਂ ਦੇ ਉੱਥੋਂ ਛੱਡ ਕੇ ਸਾਡੇ ਧਰਮ ਵਿੱਚ ਸ਼ਾਮਲ ਹੋ ਗਏ, ਉਹਨਾਂ ਦੀਆਂ ਤਸਵੀਰਾਂ ਵਿਖਾਉਂਦੇ ਹਾਂ। ਇਹ ਤਸਵੀਰਾਂ ਸਾਰੇ ਧਰਮਾਂ ਵਿੱਚ ਹੀ ਵਿਖਾਈਆਂ ਜਾਂਦੀਆਂ, ਪਰ ਜੇ ਸਾਡਾ ਕੋਈ ਛੱਡ ਕੇ ਦੂਸਰੇ ਧਰਮ ਵਿੱਚ ਚਲਾ ਜਾਵੇ, ਸਾਨੂੰ ਇਸ ਤਰ੍ਹਾਂ ਜਾਪਦਾ ਜਿਵੇਂ ਧਰਤੀ ਦੇ ਉੱਤੇ ਦੂਸਰੀ ਵਾਰ ਸੁਨਾਮੀ ਆ ਗਈ ਹੈ, ਇੱਕ ਹੋਰ ਵੱਡਾ ਭੁਚਾਲ ਆ ਗਿਆ। ਜਦੋਂ ਅਸੀਂ ਕਹਿੰਦੇ ਧਰਮ ਨਿੱਜੀ ਮਸਲਾ, ਤੇ ਫਿਰ ਧਰਮ ਨਿੱਜੀ ਮਸਲਾ ਰਹਿਣ ਦਿਓ। ਫਿਰ ਬੰਦੇ ਨੂੰ ਸੂਈ ਦੇ ਨੱਕੇ ਵਿੱਚੋਂ ਕਿਉਂ ਕੱਢਦੇ ਹੋ? ਫਿਰ ਇਹ ਕਿਉਂ ਕਹਿੰਦੇ ਆ ਕਿ ਸਾਡੀ ਸੋਚ ਮੁਤਾਬਕ ਚੱਲ, ਨਹੀਂ ਤਾਂ ਅਸੀਂ ਤੈਨੂੰ ਚੱਲਣ ਨਹੀਂ ਦੇਣਾ? ਇਹ ਬਹੁਤ ਔਖਾ ਸਵਾਲ ਹੈ, ਪਰ ਮੈਂ ਇਹ ਆਪਣੇ ਦਰਸ਼ਕਾਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਜਿੱਥੇ ਜਿੱਥੇ ਬੈਠੇ ਆ ਉਹਨਾਂ ਸਾਰੀਆਂ ਥਾਵਾਂ ਦੇ ਉੱਤੇ ਥੋੜ੍ਹਾ ਬਹੁਤ ਆਪੋ 'ਚ ਸੋਚਿਆ। ਮੈਂ ਅਮਰੀਕਾ ਵਾਲਿਆਂ ਦੀਆਂ ਬਹੁਤ ਸਾਰੀਆਂ ਗੱਲਾਂ ਦੀ ਨਿੰਦਾ ਕਰਦਾ ਰਹਿਣਾ, ਨੁਕਤਾਚੀਨੀ ਕਰਦਾ ਰਹਿਣਾ, ਪਰ ਇਸ ਹਫ਼ਤੇ ਉੱਥੋਂ ਮੈਨੂੰ ਖਬਰ ਆਈ ਕਿ ਉੱਥੇ ਵਾਈਟ ਸੁਪਰੀਮੇਸੀ ਦੇ ਖਿਲਾਫ ਇੱਕ ਬਿੱਲ ਪਾਸ ਕੀਤਾ ਗਿਆ। ਜਿਹੜਾ ਕੁਝ ਲੋਕਾਂ ਦੇ ਮਨ ਵਿੱਚ ਵਹਿਮ ਹੈ ਕਿ ਅਸੀਂ ਚਿੱਟੀ ਚਮੜੀ ਲੈ ਕੇ, ਅਸੀਂ ਗੋਰਾ ਰੰਗ ਲੈ ਕੇ ਆਏ ਹਾਂ ਦੁਨੀਆ 'ਤੇ ਅਸੀਂ ਬਾਕੀ ਸਾਰਿਆਂ ਤੋਂ ਸੁਪੀਰੀਅਰ ਨਸਲ ਹੈ, ਬਾਕੀ ਸਾਰਿਆਂ ਤੋਂ ਵਧੀਆ ਨਸਲ ਹੈ, ਇਹ ਬਾਕੀ ਸਭ ਤਾਂ ਸਾਡੇ ਸਾਹਮਣੇ ਐਵੇਂ ਕੀੜੇ ਮਕੌੜੇ ਜਿਹੀ ਆ। ਜਿਹੜਾ ਸਾਡੇ ਮਨ ਵਿੱਚ ਆਹ ਭਰਮ ਪਿਆ ਸੀ, ਉਹ ਸਾਰੇ ਨੂੰ ਤੋੜਨ ਵਾਸਤੇ ਉਹਨਾਂ ਨੇ ਜੇ ਬਿੱਲ ਲਿਆਂਦਾ, ਤੇ ਇਸੇ ਤਰ੍ਹਾਂ ਦੇ ਬਿੱਲ ਬਾਕੀ ਥਾਵਾਂ 'ਤੇ ਧਰਮਾਂ ਦੇ ਮਾਮਲੇ ਵਿੱਚ ਵੀ ਆਉਣੇ ਚਾਹੀਦੇ ਆ ਕਿ ਆਪੋ ਆਪਣੇ ਧਰਮ ਦੀ ਹੱਦ ਵਿੱਚ ਰਹੋ, ਉਸ ਹੱਦ ਨੂੰ ਕੋਈ ਉਲੰਘੋ ਨਾ, ਦੂਸਰੇ ਧਰਮ ਵਾਲੇ ਪਾਸੇ ਨੂੰ ਬਿਲਕੁਲ ਨਾ ਕਰੋ। ਜੇ ਤੁਸੀਂ ਕਿਸੇ ਪਾਸੇ ਨੂੰ ਪੱਥਰ ਸੁੱਟੋਗੇ, ਅੱਗੋਂ ਜਵਾਬ ਵਿੱਚ ਪੱਥਰ ਆਵੇਗਾ। ਇਹ ਸਾਰੇ ਪਾਸੇ ਜਿਹੜਾ ਹੈਗਾ ਅਸੀਂ ਫਲਾਣੀ ਗੱਲ ਦਾ ਬਦਲਾ ਲੈਣਾ, ਹਰ ਕੋਈ ਕਹਿੰਦਾ ਬਦਲਾ ਲੈਣਾ। ਇੱਕ ਆਮ ਕਹਾਵਤ ਹੈ ਕਿ ਜੇ ਅੱਖ ਦੇ ਬਦਲੇ ਅੱਖ ਕੱਢਣ ਦੀ ਨੀਤੀ ਰੱਖੀ ਜਾਂਦੀ
ਤੇ ਅੱਜ ਸਾਰੀ ਦੁਨੀਆ ਦੇ ਲੋਕ ਕਾਣੇ ਹੁੰਦੇ, ਕਿਉਂਕਿ ਕਿਸੇ ਦਾ ਕੋਈ ਰਿਸ਼ਤੇਦਾਰ ਬਦਲਾ ਲੈਣ ਵਾਸਤੇ ਅੱਖ ਕੱਢਣ ਤੁਰ ਪੈਂਦਾ। ਅਸੀਂ ਉਹਦੇ ਤੋਂ ਥੋੜ੍ਹਾ ਜਿਹਾ ਹਟੀਏ। ਹੁਣ ਮੈਂ ਉਹਦੇ ਤੋਂ ਬਾਅਦ ਪੰਜਾਬ ਵਾਲੇ ਪਾਸੇ ਨੂੰ ਆਉਣਾ ਚਾਹੁੰਦਾ। ਸਾਡਾ ਪੰਜਾਬ ਵਸਦਾ ਹੈ, ਹੱਸਦਾ ਵੀ ਹੈ ਕਦੇ ਕਦੇ, ਪਰ ਜੋ ਕੁਝ ਸਾਨੂੰ ਦਿਸਦਾ ਉਹ ਸਾਰਾ ਕੁਝ ਇੰਨ ਬਿੰਨ ਨਹੀਂ। ਇੱਥੇ ਬਹੁਤ ਕੁਝ ਇਸ ਤਰ੍ਹਾਂ ਦਾ। ਮੈਂ ਇਹ ਗੱਲ ਕਰਨੀ ਹੈ ਕਿ ਨਵੀਂ ਸਰਕਾਰ ਜਿਹੜੀ ਆਈ ਹੈ ਉਹਦੇ ਹੁੰਦਿਆਂ ਭ੍ਰਿਸ਼ਟਾਚਾਰ ਦੇ ਰੋਕਣ ਦੀਆਂ ਗੱਲਾਂ ਚੱਲਦੀਆਂ ਤੋਂ ਇੱਕ ਵਾਰੀ ਫਿਰ ਭ੍ਰਿਸ਼ਟਾਚਾਰ ਦੇ ਕਿਸੇ ਇੱਕ ਨਵੇਂ ਰੰਗ ਵਿੱਚ ਸੁਣੇ ਜਾਣ ਲੱਗ ਪਿਆ। ਪਰ ਉਹਦੇ ਤੋਂ ਪਹਿਲਾਂ ਮੈਂ ਕੁਝ ਹੋਰ ਗੱਲਾਂ ਕਰਨੀਆਂ ਚਾਹੁੰਦਾ। ਉਹ ਇਹ ਕਿ ਸਾਡਾ ਭਾਰਤ ਕਿੱਦਾਂ ਦਾ, ਸਾਡਾ ਪੰਜਾਬ ਕਿੱਦਾਂ ਦਾ। ਇਹਦੇ ਵਿੱਚ ਕੁਝ ਗੱਲਾਂ ਇਸ ਤਰ੍ਹਾਂ ਚੱਲਦੀਆਂ ਕਿ ਜਿਵੇਂ ਲੀਹ ਦੇ ਉੱਤੇ ਤੁਰ ਪਏ ਤੇ ਤੁਰੇ ਹੀ ਜਾਂਦੇ ਹਾਂ, ਉਸ ਲੀਹ ਤੋਂ ਅਸੀਂ ਪਾਸੇ ਹਟਣ ਨੂੰ ਤਿਆਰ ਨਹੀਂ। ਕਈ ਗੱਲਾਂ ਵੇਖਣ ਨੂੰ ਛੋਟੀਆਂ ਲੱਗਦੀਆਂ, ਪਰ ਜਿਨ੍ਹਾਂ ਨੂੰ ਭੁਗਤਣੀਆਂ ਪੈਂਦੀਆਂ ਉਹਨਾਂ ਵਾਸਤੇ ਬਹੁਤ ਵੱਡੀਆਂ ਹੁੰਦੀਆਂ। ਮੈਂ ਮਿਸਾਲ ਦੇ ਤੌਰ 'ਤੇ ਕੱਲ੍ਹ ਹੀ ਇੱਕ ਖਬਰ ਪੜ੍ਹੀ, ਉੱਤਰ ਪ੍ਰਦੇਸ਼ ਦੀ ਖਬਰ ਹੈ। ਦੂਸਰੇ ਸੰਸਾਰ ਜੰਗ ਦੇ ਵਿੱਚ ਇੱਕ ਸਿਪਾਹੀ ਲੜਿਆ ਸੀ। ਉਹ ਸਿਪਾਹੀ ਦੀ ਉਦੋਂ ਪੈਨਸ਼ਨ ਲੱਗੀ, ਥੋੜ੍ਹੀ ਬਹੁਤ ਵੱਧਦੀ ਹੁਣ ਉਹਦੀ ਵਿਧਵਾ ਨੂੰ ਹਰ ਮਹੀਨੇ 6,000 ਰੁਪਏ ਮਿਲਦੇ ਆ। ਉਹ ਆਪਣੇ ਰਿਸ਼ਤੇਦਾਰੀ 'ਚੋਂ ਉੱਠੀ, ਆਪਣੇ ਦੂਸਰੇ ਰਿਸ਼ਤੇਦਾਰਾਂ ਕੋਲ ਚਲੀ ਗਈ। ਬੱਚੇ ਸੰਭਾਲਦੇ ਨਹੀਂ ਸਨ। ਜਦੋਂ ਦੂਸਰੀ ਥਾਂ ਚਲੀ ਗਈ ਤੇ ਦੋਵਾਂ ਥਾਵਾਂ ਦਾ ਆਪੋ ਵਿੱਚ 450 ਕਿਲੋਮੀਟਰ ਦਾ ਫਾਸਲਾ। ਉਹਨੂੰ 6,000 ਰੁਪਇਆ ਪੈਨਸ਼ਨ ਮਿਲਦੀ ਹੈ। ਹਰ 3 ਮਹੀਨਿਆਂ ਬਾਅਦ ਉਹਨੂੰ ਇਹ ਸਰਟੀਫਿਕੇਟ ਦੇਣਾ ਪੈਂਦਾ ਹੈ ਕਿ ਮੈਂ ਅਜੇ ਤੱਕ ਜਿਉਂਦੀ ਹਾਂ। ਉਹ ਸਰਟੀਫਿਕੇਟ ਜਿੱਥੇ ਉਹ ਰਹਿੰਦੀ ਹੈ ਉੱਥੋਂ ਦਾ ਬੈਂਕ ਨਹੀਂ ਲੈਂਦਾ। ਉਹ ਕਹਿੰਦੇ ਜਿਹੜੇ ਬੈਂਕ ਵਿੱਚ ਤੇਰੀ ਪੈਨਸ਼ਨ ਆਉਂਦੀ ਆ, ਪਿੱਛੋਂ ਜਿਹੜਾ ਫੌਜ ਦਾ ਮਹਿਕਮਾ ਭੇਜਦਾ, ਤੂੰ ਉਸ ਬੈਂਕ ਵਿੱਚ ਜਾ ਕੇ ਆਪਣਾ ਜਿਉਂਦੇ ਹੋਣ ਦਾ ਸਰਟੀਫਿਕੇਟ ਦੇ। ਉਹਦੇ ਵਾਸਤੇ 450 ਕਿਲੋਮੀਟਰ ਪੈਂਡਾ, ਵਿਚਾਰੀ ਨੇੜੇ ਉਹਨੂੰ ਕੋਈ ਸੰਭਾਲਣ ਵਾਲਾ ਹੈ ਨਹੀਂ। ਖਰਚਾ ਕਰਕੇ ਆਉਣ ਜਾਣ ਦਾ 5,000 ਰੁਪਈਆ ਦੇ ਕੇ ਜਾਂਦੀ ਹੈ ਤੇ ਵਾਪਸ ਆਉਂਦੀ ਹੈ। ਤੇ ਉਹਦੇ 'ਤੇ ਉਹ ਜਿਹੜਾ ਉਹਨੂੰ 18,000 ਮਿਲਿਆ ਹੁੰਦਾ ਉਹ 'ਚੋਂ 5 ਕੱਟ ਦਿਓ ਤੇ ਬਾਕੀ 13,000 ਰਹਿ ਜਾਂਦਾ। ਇਹ ਹਿੰਦੁਸਤਾਨ ਹੈ ਜਿਹੜਾ ਇੰਨੀ ਤਰੱਕੀ ਕਰ ਗਿਆ ਕਿ ਇਹਦੇ ਉਪਗ੍ਰਹਿ ਚੰਦਰਮਾ 'ਤੇ ਪਹੁੰਚ ਗਏ ਨੇ। ਲਾਗੇ ਜਾ ਕੇ ਕਹਿੰਦੇ ਹੁਣ ਅਸੀਂ ਬੰਦਾ ਵੀ ਉੱਥੇ ਉਤਾਰ ਦੇਣਾ। ਇਹਦੇ ਉਪਗ੍ਰਹਿ ਮੰਗਲ ਤਾਰੇ ਦੀ ਪਰਿਕਰਮਾ ਕਰੀ ਜਾਂਦੇ ਨੇ। ਪਰ ਇੱਕ ਬੈਂਕ ਵਿੱਚੋਂ ਕੇਸ ਟ੍ਰਾਂਸਫਰ ਕਰਨਾ, ਉਸ ਬੀਬੀ ਦੇ ਉਹ ਫਾਈਲ ਜਿਹੜੀ ਆ ਦੂਸਰੇ ਬੈਂਕ ਨੂੰ ਭੇਜਣੀ, ਟ੍ਰਾਂਸਫਰ ਦੇ ਯੁੱਗ ਵਿੱਚ ਅਜੇ ਤੱਕ ਇਹੋ ਹੀ ਨਹੀਂ ਹੋ ਰਹੀ। ਅਤੇ ਉਹ ਬੀਬੀ ਹਰ 3 ਮਹੀਨਿਆਂ ਬਾਅਦ ਉਸ ਬੈਂਕ ਵਿੱਚ ਜਿੱਥੇ ਪੈਨਸ਼ਨ ਦਿੱਲੀ ਤੋਂ ਆਉਂਦੀ ਆ ਉੱਥੇ ਦੱਸਣ ਵਾਸਤੇ ਜਾਂਦੀ ਹੈ ਕਿ ਅਜੇ ਤੱਕ ਮੈਂ ਹਾਲੇ ਨਾ ਸਿਰਫ ਜਿਉਣੀ ਆ, ਸਾਡੇ ਇਸ ਸਿਸਟਮ ਨੂੰ ਮੈਂ ਭੁਗਤਦੀ ਵੀ ਪਈ ਹਾਂ। ਇਸੇ ਹੀ ਦੇਸ਼ ਦੇ ਵਿੱਚ ਜਦੋਂ ਇੱਕ ਵਾਰੀ ਗਲਵਾਨ ਘਾਟੀ ਦਾ ਰੌਲਾ ਪਿਆ ਤੇ ਭਾਰਤ ਸਰਕਾਰ ਨੇ ਆਖਿਆ ਅਸੀਂ ਚੀਨ ਨਾਲ ਆ ਵੀ ਗੱਲ ਰੋਕ ਦਿੱਤੀ, ਆ ਵੀ ਰੋਕ ਦਿੱਤੀ, ਸਾਰੇ ਸੰਬੰਧ ਰੋਕ ਦਿੱਤੇ। ਕੈਨੇਡਾ ਤੋਂ ਆਏ ਹੋਏ ਇੱਕ ਮਿੱਤਰ ਨੇ ਮੈਨੂੰ ਆਖਿਆ ਭਾਰਤ ਸਰਕਾਰ ਤਾਂ ਸਾਰੇ TV ਚੈਨਲਾਂ 'ਤੇ ਰੌਲਾ ਪਾ ਰਹੀ ਹੈ ਕਿ ਅਸੀਂ ਚੀਨੀ ਲੋਕਾਂ ਨਾਲ ਸੰਬੰਧ ਤੋੜ ਦਿੱਤੇ। ਅਤੇ ਮੈਂ ਹੁਸ਼ਿਆਰਪੁਰ ਦੇ ਬਾਜ਼ਾਰਾਂ 'ਚ ਵੇਖਿਆ ਕਿ ਚੀਨੀ ਨੌਜਵਾਨ ਮੁੰਡੇ ਅਤੇ ਕੁੜੀਆਂ ਆਪਣਾ ਸਮਾਨ ਵੇਚਣ ਵਾਸਤੇ ਅੱਡ ਡੀਲਰਾਂ ਕੋਲ ਜਾਂਦੇ ਪਏ। ਮੈਂ ਕਿਹਾ ਕਿੱਦਾਂ ਹੋ ਸਕਦਾ? ਕਹਿੰਦਾ ਪਤਾ ਕਰਾਇਓ। ਮੈਂ ਪਤਾ ਕਰਵਾਇਆ ਤੇ ਗੱਲ ਇਹ ਨਿਕਲੀ ਕਿ ਜਿਹੜੀ ਸਰਕਾਰ ਨੇ ਇਹ ਆਖਿਆ ਸੀ ਕਿ ਅਸੀਂ ਚੀਨ ਨਾਲ ਸਾਰੇ ਸੰਬੰਧ ਤੋੜ ਦਿੱਤੇ ਆ, ਉਹ ਸਰਕਾਰ ਨੇ ਇੱਥੇ ਚੀਨ ਦੀਆਂ ਕੁਝ ਜਿਹੜੀਆਂ ਇਲੈਕਟ੍ਰੋਨਿਕਸ ਦੀਆਂ ਕੰਪਨੀਆਂ, ਉਹਨਾਂ ਦੇ ਨਵੇਂ ਅਦਾਰੇ ਚਾਲੂ ਕਰਵਾਏ ਸਨ। ਉਹਨਾਂ ਅਦਾਰਿਆਂ ਨੂੰ ਖੜੇ ਪੈਰ ਬੰਦ ਵੀ ਨਹੀਂ ਕਰ ਸਕਦੇ, ਚਾਲੂ ਰੱਖਣਾ ਵੀ ਔਖਾ। ਪਰ ਉਹਨਾਂ ਦਾ ਮਾਲ ਜਿਹੜਾ ਉਹ ਵਿਕ ਰਿਹਾ ਅਤੇ ਉਹ ਵੇਚਣ ਵਾਸਤੇ ਭਾਰਤੀ ਬੱਚੇ ਨਹੀਂ, ਚੀਨੀ ਬੱਚੇ, ਮੁੰਡੇ ਵੀ ਅਤੇ ਕੁੜੀਆਂ ਵੀ ਉੱਥੋਂ ਸਮਾਨ ਲੈਂਦੇ ਆ। ਅੱਡ ਸ਼ਹਿਰਾਂ ਦੇ ਵਿੱਚ ਡੀਲਰ ਜਿਹੜੇ ਨੇ ਉਹਨਾਂ ਕੋਲ ਜਾਂਦੇ ਨੇ ਅਤੇ ਸਮਾਨ ਉੱਥੇ ਪਹੁੰਚਾਉਂਦੇ ਪਏ ਨੇ। ਇਹ ਵੀ ਕੰਮ ਹੋਈ ਜਾਂਦਾ। ਹੁਣ ਇੱਕ ਨਵੀਂ ਗੱਲ ਨਿਕਲ ਆਈ ਹੈ ਕਿ ਉਹਨਾਂ ਹੀ ਦਿਨਾਂ ਦੇ ਵਿੱਚ ਸਾਡੇ ਪੰਜਾਬ ਦੇ ਇੱਥੇ ਬਣਾ ਵਾਲੇ ਥਰਮਲ ਪਾਵਰ ਪਲਾਂਟ ਦੇ ਵਿੱਚ ਕੰਮ ਚੱਲਦਾ ਪਿਆ ਸੀ। ਜਿਹਦੇ ਕੋਲ ਇੱਥੋਂ ਦਾ ਕੰਮ ਸੀ ਉਹਨੇ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਦੇ ਇੱਕ ਬੰਦੇ ਨਾਲ ਕੰਟੈਕਟ ਕੀਤਾ। ਉਹਨਾਂ ਨੇ ਅਗਲੇ ਪਾਸਿਓਂ ਫਿਰ ਜਿਹੜੇ ਚੀਨ ਦੇ ਲੋਕ ਸਨ ਉਹਨਾਂ ਨੂੰ ਵੀਜ਼ਾ ਦਵਾਇਆ ਕਿ ਤੁਸੀਂ ਭਾਰਤੀ ਪੰਜਾਬ ਵਿੱਚ ਆ ਕੇ ਕੰਮ ਕਰੋ। ਵੀਜ਼ੇ ਦਿਵਾਉਣ ਦਾ ਕੰਮ ਕਾਂਗਰਸ ਦੇ ਸੀਨੀਅਰ ਲੀਡਰ, ਜਿਹੜਾ ਪਹਿਲਾਂ ਦੇਸ਼ ਦਾ ਗ੍ਰਹਿ ਮੰਤਰੀ ਰਹਿ ਚੁੱਕਾ, ਦੇਸ਼ ਦਾ ਖਜ਼ਾਨਾ ਮੰਤਰੀ ਰਹਿ ਚੁੱਕਾ, ਦੇਸ਼ ਦਾ ਵਿਦੇਸ਼ ਮੰਤਰੀ ਰਹਿ ਚੁੱਕਾ ਅਤੇ ਕੁਝ ਸਮਾਂ ਜੇਲ੍ਹ ਵਿੱਚ ਵੀ ਰਹਿ ਚੁੱਕਾ, ਉਸ ਪੀ ਚਿਦੰਬਰਮ ਦੇ ਪੁੱਤਰ ਦੀ ਕੰਪਨੀ ਨੂੰ ਦਿੱਤਾ ਗਿਆ। ਉਹਨੇ ਵੀਜ਼ੇ ਲੈ ਕੇ ਦਿੱਤੇ। ਹੁਣ ਹੈਰਾਨੀ ਇਸ ਗੱਲ ਦੀ ਹੈ ਕਿ ਸਾਬਕਾ ਕਾਂਗਰਸੀ ਮੰਤਰੀ ਦਾ ਪੁੱਤਰ ਚੀਨੀ ਲੋਕਾਂ ਨੂੰ ਉਸ ਵਕਤ ਪੰਜਾਬ ਦੇ ਵੀਜ਼ੇ ਲੈ ਕੇ ਦੇ ਰਿਹਾ ਔਰ ਤਾਮਿਲਨਾਡੂ ਦੇ ਥਰੂ ਲੈ ਕੇ ਦੇ ਰਿਹਾ, ਜਦੋਂ ਸਾਰੇ ਭਾਰਤ ਵਿੱਚ ਚੀਨੀਆਂ ਨੂੰ ਆਉਣ ਤੋਂ ਰੋਕਿਆ ਜਾ ਰਿਹਾ। ਉਹਦੇ ਪੁੱਤਰ ਦੇ ਖਿਲਾਫ ਕਾਰਵਾਈ ਹੋ ਗਈ ਹੈ। ਉਹ ਕਾਰਵਾਈ ਪੰਜਾਬ ਤੱਕ ਆ ਕੇ ਹੋਈ ਹੈ, ਉਸ ਬਣਾ ਵਾਲੀ ਥਰਮਲ ਪਲਾਂਟ ਤੱਕ ਆ ਕੇ ਹੋਈ ਹੈ। ਪਰ ਵੀਜ਼ੇ ਤੇ ਉਹਨੇ ਕਾਂਗਰਸੀ ਨੇ ਉੱਥੋਂ ਸੋਨੀਆ ਗਾਂਧੀ ਤੋਂ ਲੈ ਕੇ ਨਹੀਂ ਦਿੱਤੇ।
ਵੀਜ਼ੇ ਤੋਂ ਭਾਰਤ ਸਰਕਾਰ ਦੇ ਕਿਸੇ ਹਾਈ ਕਮਿਸ਼ਨ ਤੋਂ, ਕਿਸੇ ਐਮਬੈਸੀ ਤੋਂ, ਕਿਸੇ ਵਿਦੇਸ਼ ਮਹਿਕਮੇ ਦੇ ਅਫਸਰ ਤੋਂ ਲੈ ਕੇ ਦਿੱਤੇ ਹੋਣਗੇ। ਇਹੋ ਜਿਹਾ ਕੋਈ ਜ਼ਿਕਰ ਨਹੀਂ ਆਇਆ ਕਿ ਉਹਨਾਂ ਅਫਸਰਾਂ ਦੀ ਵੀ ਪੁੱਛਗਿੱਛ ਹੋਈ ਆ ਕਿ ਤੁਸੀਂ ਇਹਨਾਂ ਲੋਕਾਂ ਨੂੰ ਵੀਜ਼ੇ ਕਿੱਦਾਂ ਦੇ ਦਿੱਤੇ। ਫਿਰ ਜਦੋਂ ਰਾਜ ਭਾਰਤੀ ਜਨਤਾ ਪਾਰਟੀ ਦਾ ਸੀ, ਸਰਕਾਰ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਚਲਾ ਰਹੇ ਸੀ, ਤੇ ਤੁਸੀਂ ਇੱਕ ਕਾਂਗਰਸੀ ਦੇ ਕਹਿਣ ਤੇ ਕਿੱਦਾਂ ਦੇ ਦਿੱਤੇ। ਜੇ ਦੇ ਵੀ ਦਿੱਤੇ ਸੀ ਤੇ ਬਾਅਦ ਵਿੱਚ ਉਹ ਐਕਸਟੈਂਡ ਕਿੱਦਾਂ ਕੀਤੇ, ਤੇ ਉਹ ਬੰਦੇ ਜੇ ਉਹਨਾਂ ਨੂੰ ਵੀਜ਼ਾ ਤਾਮਿਲਨਾਡੂ ਵਿੱਚ ਜਾਣ ਦਾ ਮਿਲਿਆ ਸੀ ਤੇ ਪੰਜਾਬ 'ਚ ਆ ਕੇ ਕਿੱਦਾਂ ਕੰਮ ਕਰਦੇ ਰਹੇ। ਭਾਰਤ ਫਿਰ ਵੀ ਚੱਲੀ ਜਾਂਦਾ, ਕਿਉਂਕਿ ਭਾਰਤ ਜਿਹੜਾ ਇਹ ਰੱਬ ਆਸਰੇ ਚੱਲਦਾ। ਜੇ ਰੱਬ ਨਾ ਹੋਵੇ ਤੇ ਫਿਰ ਚੱਲ ਨਹੀਂ ਸਕਦਾ। ਇਸੇ ਕਰਕੇ ਰੱਬ ਦੇ ਨਾਂ ਦੇ ਉੱਤੇ ਅਸੀਂ ਆਪੋ 'ਚ ਲੜਨਾ ਮਰਨਾ ਜਿਹੜਾ ਉਹ ਜ਼ਿਆਦਾ ਜ਼ਰੂਰੀ ਸਮਝਦੇ ਹਾਂ। ਹੁਣ ਮੈਂ ਆ ਜਾਵਾਂ ਪੰਜਾਬ ਵਿੱਚ। ਪੰਜਾਬ ਦੇ ਹਾਲਾਤ ਬਹੁਤੇ ਚੰਗੇ ਨਹੀਂ, ਪਰ ਕਈ ਗੱਲਾਂ ਇਹੋ ਜਿਹੀਆਂ ਹੁੰਦੀਆਂ ਜਿਨ੍ਹਾਂ ਦਾ ਸਰਕਾਰਾਂ ਨਾਲ ਸੰਬੰਧ ਨਹੀਂ ਹੁੰਦਾ। ਕਈ ਗੱਲਾਂ ਇਹੋ ਜਿਹੀਆਂ ਹੁੰਦੀਆਂ ਜਿਨ੍ਹਾਂ ਦਾ ਸਰਕਾਰਾਂ ਨਾਲ ਸਿੱਧਾ ਸੰਬੰਧ ਨਹੀਂ ਹੁੰਦਾ, ਲੁਕਵਾ ਹੁੰਦਾ। ਤੇ ਕਈ ਗੱਲਾਂ ਇਹੋ ਜਿਹੀਆਂ ਹੁੰਦੀਆਂ ਜਿਨ੍ਹਾਂ ਦਾ ਸਰਕਾਰਾਂ ਚਲਾਉਣ ਵਾਲਿਆਂ ਨਾਲ ਸਿੱਧਾ ਸੰਬੰਧ ਵੀ ਹੁੰਦਾ। ਇਹ ਤਿੰਨ ਗੱਲਾਂ ਨੇ। ਪਹਿਲੀ ਗੱਲ ਤਾਂ ਇਹ ਕਿ ਇੱਥੇ ਕੁਝ ਗੱਲਾਂ ਵਾਪਰਦੀਆਂ ਨੇ। ਪਿਛਲਿਆਂ ਦਿਨਾਂ 'ਚ ਬੜਾ ਰੌਲਾ ਪਿਆ। ਮੇਰੇ ਕੋਲ ਇੱਕ ਸੱਜਣ ਨੇ ਲਿਸਟ ਭੇਜੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ 16 ਮਾਰਚ ਨੂੰ ਬਣਨ ਤੋਂ ਬਾਅਦ ਹੁਣ ਤੱਕ ਦੇ ਸਮੇਂ ਵਿੱਚ ਪੰਜਾਬ ਵਿੱਚ ਇੰਨੇ ਕਤਲ ਹੋਏ। ਮੈਂ ਉਹਨੂੰ ਉਸੇ ਵੇਲੇ ਮੈਸੇਜ ਭੇਜਿਆ ਕਿ ਇਹਨਾਂ ਕਤਲਾਂ ਸਾਰਿਆਂ ਦੀ ਲਿਸਟ ਭੇਜ ਮੈਨੂੰ। ਉਹਨੇ ਪਤਾ ਨਹੀਂ ਕਿੱਥੋਂ ਵਿਚਾਰੇ ਨੇ ਮਿਹਨਤ ਕੀਤੀ, ਬੜੀ ਮਿਹਨਤ ਕਰਕੇ ਉਹਨੇ ਲਿਸਟ ਭੇਜੀ। ਉਹ ਲਿਸਟ ਵੇਖ ਕੇ ਮੈਂ ਹੈਰਾਨ ਰਹਿ ਗਿਆ। ਜੇ ਘਰ ਵਿੱਚ ਮੀਆਂ ਬੀਵੀ ਲੜ ਪਏ, ਇੱਕ ਨੇ ਦੂਸਰੇ ਦੇ ਸਿਰ ਵਿੱਚ ਕੁਝ ਮਾਰ ਕੇ ਉਹਨੂੰ ਮਾਰ ਦਿੱਤਾ, ਤੇ ਉਹਦੇ ਵਿੱਚ ਸਰਕਾਰ ਕੀ ਕਰੇਗੀ? ਇਹ ਰਾਜਿਆਂ ਦੇ ਵਕਤ ਵੀ ਹੁੰਦਾ ਆਇਆ, ਇਹ ਅੰਗਰੇਜ਼ਾਂ ਦੇ ਵਕਤ ਵੀ ਹੁੰਦਾ ਆਇਆ, ਇਹ ਕਾਂਗਰਸੀ ਸਰਕਾਰ ਨਹਿਰੂ, ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਦੇ ਵਕਤ ਵੀ ਹੁੰਦਾ ਆਇਆ, ਇਹ ਵਾਜਪਾਈ ਤੇ ਨਰਿੰਦਰ ਮੋਦੀ ਦੀ ਸਰਕਾਰ ਹੇਠ ਵੀ ਹੋ ਰਿਹਾ। ਇਹ ਪੰਜਾਬ ਵਿੱਚ ਪ੍ਰਤਾਪ ਸਿੰਘ ਕੈਰੋਂ ਤੋਂ ਲੱਗ ਕੇ ਹੁਣ ਤੱਕ ਹੁੰਦਾ ਆਇਆ। ਪ੍ਰਤਾਪ ਸਿੰਘ ਕੈਰੋਂ ਦੇ ਪਰਿਵਾਰ ਦੇ ਇੱਕ ਜੀ ਨੂੰ ਫਾਂਸੀ ਇਸ ਕਰਕੇ ਲੱਗੀ ਸੀ, ਉਹਦੇ ਬਹੁਤ ਨੇੜਲੇ ਰਿਸ਼ਤੇਦਾਰ ਨੂੰ, ਕਿ ਉਹ ਇੱਕ ਇਸ ਤਰ੍ਹਾਂ ਦੇ ਜੁਰਮ ਵਿੱਚ ਸ਼ਾਮਲ ਹੋਇਆ ਸੀ। ਔਰ ਉਹ ਜਿਹੜੀਆਂ ਘਟਨਾਵਾਂ ਇਸ ਤਰ੍ਹਾਂ ਦੀਆਂ ਵਾਪਰਦੀਆਂ ਰਹੀਆਂ ਨੇ ਪਿਛਲੇ ਸਮੇਂ 'ਚ, ਉਹ ਅੱਜ ਵੀ ਜੇ ਵਾਪਰ ਰਹੀਆਂ ਤੇ ਉਹਨਾਂ ਦਾ ਸਰਕਾਰਾਂ ਨਾਲ ਸੰਬੰਧ ਨਹੀਂ ਹੁੰਦਾ। ਅਜੇ ਪਰਸੋਂ ਦੀ ਖਬਰ ਆ, ਪਟਿਆਲੇ ਦੇ ਵਿੱਚ ਇੱਕ ਧਰਮ ਸਥਾਨ ਦੇ ਕੁਆਟਰਾਂ ਦੇ ਅੰਦਰ ਇੱਕ ਬੀਬੀ ਦਾ ਕਤਲ ਹੋ ਗਿਆ। ਕਿ ਉਸ ਕਤਲ ਨੂੰ ਸਰਕਾਰ ਦੀ ਨਾਕਾਮੀ ਆਖਿਆ ਜਾਵੇਗਾ? ਅਜੇ ਪਰਸੋਂ ਦੀ ਇੱਕ ਖਬਰ ਹੈ ਕਿ ਗੁਰੂ ਘਰ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ 'ਚ ਇੱਕ ਬੰਦਾ ਜਿਹੜਾ ਰੋਜ਼ ਦੁਪਹਿਰੇ ਆਉਂਦਾ ਸੀ, ਜਿਹਦੇ 'ਤੇ ਕੋਈ ਸ਼ੱਕ ਹੀ ਨਹੀਂ ਕੀਤਾ ਜਾ ਸਕਦਾ, ਪਿੰਡ ਦਾ ਹੀ ਬੰਦਾ ਸੀ, ਉਹਨੇ ਬੇਅਦਬੀ ਕਰ ਦਿੱਤੀ ਹੈ। ਜੇ ਇਸ ਤਰ੍ਹਾਂ ਦੀਆਂ ਗੱਲਾਂ ਵਾਪਰਦੀਆਂ ਨੇ, ਇਹਨਾਂ ਦੇ ਵਿੱਚ ਸਰਕਾਰ ਦਾ ਕੋਈ ਸਿੱਧਾ ਸੰਬੰਧ ਨਹੀਂ ਹੁੰਦਾ। ਪਰ ਕੁਝ ਗੱਲਾਂ ਹੋਰ ਹੁੰਦੀਆਂ ਜਿਨ੍ਹਾਂ ਦੇ ਵਿੱਚ ਸਰਕਾਰਾਂ ਦਾ ਸੰਬੰਧ ਹੁੰਦਾ। ਜਿਹੜੀਆਂ ਮੈਂ ਪਿਛਲੀਆਂ ਗੱਲਾਂ ਸੁਣਾਈਆਂ, ਉਹਨਾਂ ਦੇ ਵਿੱਚ ਮੈਂ ਤੁਹਾਨੂੰ ਦੋ ਗੱਲਾਂ ਹੋਰ ਵੀ ਜੋੜ ਦੇਣੀਆਂ ਚਾਹੁੰਦਾ। ਅਜੇ ਕੱਲ੍ਹ ਦੀ ਗੱਲ ਹੈ, ਫਰੀਦਕੋਟ ਜ਼ਿਲ੍ਹੇ ਵਿੱਚ ਇੱਕ ਟਰੱਕ ਵਾਲਾ ਜਾ ਰਿਹਾ ਸੀ, ਲੱਦਿਆ ਟਰੱਕ ਸੀ, ਖਾਂਦੇ ਪੀਂਦੇ ਪਰਿਵਾਰ ਦੀ ਇੱਕ ਕਾਰ ਉਹਦੇ ਕੋਲ ਦੀ ਲੰਘੀ। ਕਸੂਰ ਟਰੱਕ ਵਾਲੇ ਦਾ ਹੋਵੇ ਜਾਂ ਕਾਰ ਵਾਲੇ ਦਾ ਹੋਵੇ, ਦੋ 'ਚੋਂ ਕਿਸੇ ਦਾ ਵੀ ਹੋਵੇ, ਇੱਕ ਦੂਜੇ ਨਾਲ ਖਹਿ ਗਏ। ਜਰਾ ਕੁ ਜਿੰਨੀ ਝਰੀਟ ਝਗੜਾ, ਉਸ ਝਗੜੇ ਤੋਂ ਜਿੱਦਾਂ ਕਿਸੇ ਵਕਤ ਨਵਜੋਤ ਸਿੱਧੂ ਦਾ ਝਗੜਾ ਹੋਇਆ ਸੀ, ਤੇ ਉਹ ਝਗੜੇ 'ਚ ਕੁੱਟ ਕੇ ਬੰਦਾ ਮਾਰ ਦਿੱਤਾ ਗਿਆ ਜਾਂ ਉਹਦੇ ਕੋਲੋਂ ਮਾਰਿਆ ਗਿਆ। ਮਾਰ ਦਿੱਤਾ ਗਿਆ ਤੇ ਮਾਰਿਆ ਗਿਆ, ਉਹਨਾਂ 'ਚ ਫਰਕ ਹੁੰਦਾ। ਉਸੇ ਤਰ੍ਹਾਂ ਕੱਲ੍ਹ ਜਰਾ ਜਿੰਨੀ ਕਾਰ ਨੂੰ ਝਰੀਟ ਲੱਗਣ ਤੋਂ ਕਾਰ ਵਾਲਿਆਂ ਨੇ ਕੁੱਟ ਕੇ ਟਰੱਕ ਡਰਾਈਵਰ ਮਾਰ ਦਿੱਤਾ, ਕਿਉਂਕਿ ਕਾਰ ਵਾਲੇ ਖਾਂਦੇ ਪੀਂਦੇ ਪਰਿਵਾਰ ਦੇ ਨੇ। ਇਸ ਕਰਕੇ ਉਹਨਾਂ ਨੂੰ ਹੱਕ ਹੈ ਕਿ ਸਾਡੀ ਕਾਰ ਨੂੰ ਕੋਈ ਝਰੀਟ ਵੀ ਲਾਵੇ ਤੇ ਅਸੀਂ ਬੰਦਾ ਮਾਰ ਦਈਏ। ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ, ਇਹਦੇ ਵਿੱਚ ਸਰਕਾਰ ਜਾ ਕੇ ਕੁਝ ਨਹੀਂ ਕਰ ਸਕਦੀ। ਕੱਲ੍ਹ ਬਦਕਿਸਮਤੀ ਨਾਲ ਇੱਕ ਬੱਚਾ ਬੋਰਵੈਲ 'ਚ ਡਿੱਗ ਪਿਆ। ਬੋਰ ਕਰਾਉਣ ਵਾਸਤੇ ਬਹੁਤ ਸਾਰੇ ਲੋਕ ਕਿਸਾਨਾਂ 'ਚ ਉਹ ਖੂਹ ਪੁੱਟਦੇ ਨੇ। ਉਹਨਾਂ ਖੂਹਾਂ 'ਚ ਹੁਣ ਤੱਕ ਬਹੁਤ ਸਾਰੇ ਬੱਚੇ ਇਸ ਤਰ੍ਹਾਂ ਜਾਨਾਂ ਗਵਾ ਚੁੱਕੇ ਨੇ। ਸਭ ਤੋਂ ਪਹਿਲੀ ਘਟਨਾ ਹਰਿਆਣੇ ਦੇ ਵਿੱਚ ਸੀ, ਜਿੱਥੇ ਇੱਕ ਬੱਚਾ ਪ੍ਰਿੰਸ ਡਿੱਗ ਪਿਆ ਸੀ ਤੇ ਉਹ ਪਰ ਜਿਉਂਦਾ ਕੱਢ ਲਿਆ ਗਿਆ ਸੀ। 2-3 ਦਿਨ ਲੱਗ ਗਏ ਸਨ, ਫੌਜ ਨੇ ਕਾਰਵਾਈ ਕੀਤੀ। ਉਦੋਂ ਬਾਅਦ ਕਈ ਘਟਨਾਵਾਂ ਭਾਰਤ ਵਿੱਚ ਇਹੋ ਜਿਹੀਆਂ ਵਾਪਰੀਆਂ, ਪੰਜਾਬ ਵਿੱਚ ਵੀ ਵਾਪਰੀਆਂ, ਹਰਿਆਣੇ 'ਚ ਵੀ, ਬਾਕੀ ਰਾਜਾਂ ਵਿੱਚ ਵੀ ਵਾਪਰੀਆਂ। ਕਿਸੇ ਥਾਂ ਦੇ ਉੱਤੇ ਬੱਚਾ ਖੁਸ਼ਕਿਸਮਤ ਨਿਕਲਿਆ ਕਿ ਉਹ ਬਚ ਗਿਆ, ਪਰ ਬਹੁਤ ਸਾਰੀਆਂ ਥਾਵਾਂ 'ਤੇ ਬੱਚਿਆਂ ਦੀਆਂ ਮੌਤਾਂ ਵੀ ਹੋਈਆਂ। ਇਸ ਤਰ੍ਹਾਂ ਬੋਰਵੈਲ ਵਿੱਚ ਕਿਸੇ ਥਾਂ 'ਤੇ ਬੱਚਾ ਡਿੱਗ ਪਵੇ, ਹਮਦਰਦੀ ਸਾਡੀ ਸਾਰਿਆਂ ਦੀ ਹੋਵੇਗੀ। ਸਰਕਾਰ 'ਤੇ ਸਾਰੇ ਜ਼ੋਰ ਦਿਆਂਗੇ ਕਿ ਖੜ੍ਹੇ ਪੈਰ ਉਸੇ ਵੇਲੇ ਪ੍ਰਬੰਧ ਹੋਣੇ ਚਾਹੀਦੇ ਆ, ਪਰ ਇਹਦੇ 'ਚ ਕੁਝ ਲੋਕਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਇਹੋ ਜਿਹੀਆਂ ਥਾਵਾਂ ਦੇ ਉੱਤੇ ਬੋਰਵੈਲ ਜੇ ਪੁੱਟਦੇ ਆ, ਉਹਨੂੰ ਨੰਗਾ ਨਾ ਰੱਖੋ। ਕਿ ਇਹ ਹੁਣ ਸਰਕਾਰ ਜਾਵੇਗੀ ਇਸ ਗੱਲ ਵਾਸਤੇ ਕਿ ਤੁਸੀਂ ਉੱਥੇ ਜਾ ਕੇ ਤੇ ਇਹੋ ਜਿਹਾ ਪ੍ਰਬੰਧ ਕਰੋ ਕਿ ਬੋਰਵੈਲ ਵਿੱਚ ਬੱਚਾ ਨਾ ਡਿੱਗ ਪਏ। ਅਸੀਂ ਆਪਣੀਆਂ ਜ਼ਿੰਮੇਵਾਰੀਆਂ ਕਦੋਂ ਸਮਝਾਂਗੇ, ਇਹਦੇ ਬਾਰੇ ਕੁਝ ਸਮਝਣ ਨੂੰ ਤਿਆਰ ਨਹੀਂ।
पिछले हफ्ते 'ਚ 2-3 घटनावां फिर ਇਹੋ ਜਿਹੀਆਂ ਵਾਪਰੀਆਂ कि ਅੱਗ ਲਾਈ ਗਈ ਖੇਤਾਂ ਨੂੰ। ਜਿਹਦੇ ਖੇਤ ਨੂੰ ਅੱਗ ਲੱਗੀ ਆ ਉਹ ਕਹਿੰਦਾ ਜੀ ਮੈਂ ਤਾਂ ਆ ਗਿਆ ਤੇ ਮੇਰੇ ਮਗਰੋਂ ਕਿਸੇ ਨੇ ਚਵਾਤੀ ਲਾਤੀ ਜਾਣ ਕੇ ਮੈਨੂੰ ਫਸਾਉਣ ਲਈ, ਪਰ ਉਸ ਧੂਆਂ ਦੇ ਵਿੱਚ 2 ਐਕਸੀਡੈਂਟ ਹੋ ਕੇ ਮੌਤਾਂ ਫੇਰ ਹੋਈਆਂ ਨੇ। ਹੁਣ ਪਿੰਡ ਦੇ ਲੋਕ ਕਹਿੰਦੇ ਆ ਜੀ ਆਪ ਹੀ ਲਾ ਕੇ ਆ ਗਿਆ ਸੀ ਕਿ ਮੈਂ ਆਖੂੰਗਾ ਮੈਂ ਪਿੰਡ ਆ ਗਿਆ ਸਾਂ। ਉਹ ਕਹਿੰਦਾ ਮੈਂ ਬਹੁਤ ਪਹਿਲਾਂ ਦਾ ਆਇਆ, ਮੇਰੇ ਮਗਰੋਂ ਕਿਸੇ ਨੇ ਅੱਗ ਲਾਈ ਆ। ਇਹੋ ਜਿਹੀਆਂ ਘਟਨਾਵਾਂ ਮੁੜ-ਮੁੜ ਵਾਪਰਨਗੀਆਂ। ਮੈਨੂੰ ਇਹ ਪਤਾ ਕਿ ਪਹਿਲਾਂ ਵੀ ਜਦੋਂ ਜੱਟਾਂ 'ਚ ਆਪਸੀ ਸਰੀਕਾ ਹੁੰਦਾ ਸੀ, ਚਾਚੇ ਤਾਏ ਦੇ ਪੁੱਤਰਾਂ 'ਚ ਇੱਕ ਦੂਸਰੇ ਨੂੰ ਵੇਖ ਨਹੀਂ ਸਿਖਾਉਂਦੇ, ਤੇ ਇਹ ਹੁੰਦਾ ਸੀ ਕਿ ਜਿੱਥੇ ਇੱਕ ਟਰਾਂਸਫਾਰਮਰ ਆ ਉੱਥੇ ਜਾ ਕੇ ਕੋਈ ਨਾ ਕੋਈ ਮਾੜੀ ਜੀ ਚਿੰਗਾੜੀ ਸੁੱਟ ਦਿਓ ਤੇ ਫਿਰ ਆਖੋ ਉੱਪਰੋਂ ਤਾਰਾਂ ਨਾਲ ਤਾਰਾਂ ਖਹਿ ਗਈਆਂ, ਚਿੰਗਾੜਾ ਡਿੱਗਿਆ ਤੇ ਇਹਦੀ ਕਣਕ ਸੜ ਗਈ, ਇਹਦੀ ਫਸਲ ਸੜ ਗਈ। ਬਾਅਦ ਵਿੱਚ ਇਹ ਕਹਿੰਦੇ ਹੁੰਦੇ ਸੀ ਬੜਾ ਅਫਸੋਸ ਆ। ਔਰ ਇਦਾਂ ਦੀਆਂ ਘਟਨਾਵਾਂ ਅੱਗੇ ਵੀ ਵਾਪਰਦੀਆਂ ਰਹੀਆਂ। ਇਹਨਾਂ ਘਟਨਾਵਾਂ ਨੂੰ ਅਸੀਂ ਸਰਕਾਰਾਂ ਨਾਲ ਨਹੀਂ ਜੋੜ ਸਕਦੇ, ਪਰ ਸਾਰੀਆਂ ਗੱਲਾਂ ਇਹੋ ਕਹਿ ਕੇ ਕਿ ਸਰਕਾਰਾਂ ਦਾ ਕੋਈ ਕਸੂਰ ਨਹੀਂ ਅਸੀਂ ਛੱਡ ਵੀ ਨਹੀਂ ਸਕਦੇ। ਕੁਝ ਗੱਲਾਂ ਇਸ ਤਰ੍ਹਾਂ ਦੀਆਂ ਵਾਪਰਦੀਆਂ ਜਿਨ੍ਹਾਂ ਦੇ ਵਿੱਚ ਸਾਨੂੰ ਸਰਕਾਰਾਂ ਬਾਰੇ ਸੋਚਣਾ ਪਏਗਾ। ਸਰਕਾਰਾਂ ਨੇ ਜੇ ਚੰਗਾ ਕੰਮ ਕੀਤਾ ਹੋਵੇਗਾ ਉਹ ਅਸੀਂ ਜ਼ਰੂਰ ਕਵਾਂਗੇ ਕਿ ਚੰਗਾ ਕੰਮ ਕੀਤਾ ਗਿਆ। ਇਸ ਹਫ਼ਤੇ ਦੇ ਸ਼ੁਰੂ ਵਿੱਚ ਕਿਸਾਨਾਂ ਨੇ ਇੱਕ ਮੋਰਚਾ ਲਾਇਆ ਸੀ। ਪੰਜਾਬ ਦੇ ਮੁੱਖ ਮੰਤਰੀ ਨੇ ਪਹਿਲੇ ਦਿਨ ਹੀ ਕਹਿ ਦਿੱਤਾ ਸੀ ਕਿ ਕੋਈ ਨਹੀਂ, ਮੈਂ ਜੇ ਪੰਜਾਬ ਤੋਂ ਬਾਹਰ ਆ ਮੈਂ ਜਾਊਂਗਾ, ਕਿਸਾਨਾਂ ਦੇ ਲੀਡਰਾਂ ਨਾਲ ਗੱਲ ਕਰੂੰਗਾ। ਇਹ ਕਿਸਾਨਾਂ ਦੇ ਲੀਡਰ ਇਕੱਲੇ ਥੋੜ੍ਹੇ ਆ, ਮੇਰੇ ਚਾਚੇ ਤਾਏ ਨੇ, ਮੈਂ ਚਾਚਿਆਂ ਤਾਇਆਂ ਨਾਲ ਬੈਠੂੰਗਾ ਤੇ ਨਿਬੇੜ ਦੂੰਗਾ। ਉਹ ਆਇਆ ਬੈਠਾ, ਉਹਨੇ ਨਿਬੇੜ ਲਿਆ। ਉਹ ਬੜੇ ਆਰਾਮ ਨਾਲ ਸਮਝੌਤਾ ਹੋ ਗਿਆ ਔਰ ਕਿਸਾਨਾਂ ਦੇ ਲੀਡਰਾਂ ਨੇ ਵੀ ਆਖਿਆ ਕਿ ਬਹੁਤ ਵਧੀਆ ਗੱਲ ਹੋਈ, ਮੁੱਖ ਮੰਤਰੀ ਦਾ ਵਿਹਾਰ ਚੰਗਾ ਸੀ, ਸਾਨੂੰ ਚੰਗਾ ਲੱਗਾ। ਉਹਨੇ ਕੁਝ ਗੱਲਾਂ ਆਪਣੇ ਤੌਰ ਤੇ ਸਹਿਮਤੀ ਕਰ ਲਈ, ਕੁਝ ਉਹਨੇ ਆਖਿਆ ਮੈਨੂੰ ਕੇਂਦਰ ਸਰਕਾਰ ਨਾਲ ਗੱਲ ਕਰਨੀ ਪੈਣੀ ਆ, ਖਾਸ ਕਰਕੇ ਕੁਝ ਫਸਲਾਂ ਦੇ ਖਰੀਦ ਦੇ ਬਾਰੇ 'ਚ, ਕੁਝ ਫਸਲਾਂ ਦੇ ਜਿਹੜੀ ਅਗਲੇ ਪਾਸੇ ਘੱਟੋ ਘੱਟ ਖਰੀਦ ਕੀਮਤ ਦੇ ਮਾਮਲੇ 'ਚ। ਉਹ ਅਗਲੇ ਦਿਨ ਹੀ ਦਿੱਲੀ ਗਿਆ, ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਿਆ ਔਰ ਫੱਟ ਕੁਝ ਗੱਲਾਂ ਦੀ ਸਹਿਮਤੀ ਹੋ ਗਈ। ਉਹਨੇ ਇਹ ਵੀ ਕਹਿ ਦਿੱਤਾ ਕਿ ਅਸੀਂ ਭਾਰਤ ਸਰਕਾਰ ਵੱਲੋਂ ਵਾਅਦਾ ਕਰਦੇ ਹਾਂ ਕਿ ਕਿਸਾਨਾਂ ਨੂੰ ਕਹੋ ਵੱਧ ਤੋਂ ਵੱਧ ਮੂੰਗੀ ਬੀਜਣ, ਅਸੀਂ ਮੂੰਗੀ ਦੀ ਫਸਲ ਖਰੀਦਾਂਗੇ, ਪੰਜਾਬ ਸਰਕਾਰ ਇਕੱਲੀ ਦੇ ਸਿਰ ਨਹੀਂ ਪਾਉਂਦੇ। ਮੈਂ ਕਹਿੰਦਾ 1000 ਮਤਭੇਦ ਹੋਣ ਕੇਂਦਰ ਦੀ ਸਰਕਾਰ ਨਾਲ, ਪਰ ਜੇ ਕੇਂਦਰ ਦੀ ਸਰਕਾਰ ਨੇ ਇਹੋ ਜਿਹਾ ਕੰਮ ਕੀਤਾ ਤੇ ਉਹਦਾ ਸਵਾਗਤ ਕਰਨਾ ਚਾਹੀਦਾ। ਸਾਰੀਆਂ ਗੱਲਾਂ ਸਾਡੀ ਇੱਛਾ ਮੁਤਾਬਕ ਨਹੀਂ ਹੁੰਦੀਆਂ, ਸਾਰੀਆਂ ਗੱਲਾਂ ਸਾਡੇ ਕਹਿ ਮੁਤਾਬਕ ਨਹੀਂ ਹੁੰਦੀਆਂ। ਕਹਿ ਦੇ ਮੁਤਾਬਕ ਤਾਂ ਮੈਂ ਬੜੀ ਵਾਰ ਕਹਿੰਦਾ ਰਿਹਾ ਕਿ ਸੁਨੀਲ ਜਾਖੜ ਹੋਰ ਜੋ ਮਰਜ਼ੀ ਹੋਵੇ ਭਾਜਪਾ 'ਚ ਨਹੀਂ ਜਾ ਸਕਦਾ, ਪਰ ਜਿੱਦਣ ਭਾਜਪਾ 'ਚ ਉਹਨੇ ਜਾਣਾ ਸੀ ਉਹਨੇ ਪੰਜਾਬ ਦੇ ਲੋਕਾਂ ਨੂੰ ਪੁੱਛਿਆ ਥੋੜ੍ਹਾ, ਉਹਦੀਆਂ ਆਪਣੀਆਂ ਲੋੜਾਂ ਉਹ ਚਲਾ ਗਿਆ। ਇੱਦਾਂ ਦੇ ਕਈ ਲੋਕ ਨੇ ਜਿਹੜੇ ਦੂਸਰਿਆਂ ਨੂੰ ਪੁੱਛਦੇ ਨਹੀਂ। ਅਸੀਂ ਆਪਣੇ ਅੰਦਾਜ਼ਿਆਂ ਦੇ ਮੁਤਾਬਕ ਰਾਜਨੀਤੀ ਨੂੰ ਸਮਝਣਾ ਤੇ ਉਹਦਾ ਵਿਖਿਆਨ ਕਰਨਾ ਚਾਹੁੰਦੇ ਹਾਂ। ਰਾਜਨੀਤੀ ਸਾਡੇ ਅੰਦਾਜ਼ਿਆਂ, ਸਾਡੀਆਂ ਸੋਚਾਂ ਦੇ ਮੁਤਾਬਕ ਕਦੇ ਨਹੀਂ ਚੱਲਦੀ। ਰਾਜਨੀਤੀ ਆਪਣੇ ਵਹਿਣ ਦੇ ਮੁਤਾਬਕ ਚੱਲਦੀ ਹੈ। ਇਹ ਜਿਹੜੇ ਵਹਿਣ 'ਚ ਚੱਲਦੀ ਹੈ, ਉਸ ਵਹਿਣ ਦੇ ਵਿੱਚ ਬਹੁਤ ਵੱਡਾ ਹਿੱਸਾ ਜਿਹੜਾ ਉਹ ਉਹਨਾਂ ਘੁਸਪੈਠੀਆਂ ਦਾ ਹੁੰਦਾ ਜਿਹੜੇ ਅੱਜ ਇਸ ਪਾਰਟੀ ਵਿੱਚ ਨੇ, ਭਲਕੇ ਉਸ ਪਾਰਟੀ ਵਿੱਚ ਨੇ। ਉਹ ਕਈ ਤਾਂ ਇਹੋ ਜਿਹੇ ਆ ਜਿਨ੍ਹਾਂ ਨੇ ਹਰ ਪਾਸੇ ਹੀ ਜਾਣ ਵਾਸਤੇ ਪੂਰੀ ਤਿਆਰੀ ਕੀਤੀ ਹੁੰਦੀ ਹੈ। ਯੂਰਪ ਦੇ ਵਿੱਚ ਇੱਕ ਕਹਾਣੀ ਡਿਊਕ ਆਫ ਸਵਾਏ ਦੀ ਮਸ਼ਹੂਰ ਹੈ। ਡਿਊਕ ਆਫ ਸਵਾਏ ਨੇ ਆਪਣੀ ਫੌਜ ਦੇ ਸਾਰੀ ਵਰਦੀ ਜਿਹੜੀ ਸੀ ਉਹ 2 ਰੰਗਾਂ ਦੀ ਬਣਾਈ ਸੀ, ਇਹੋ ਜਿਹੀ ਕਿ ਜੇ ਉਹ ਕੋਟ ਬਦਲ ਲਿਆ ਜਾਵੇ ਤੇ ਲਾਲ ਤੋਂ ਚਿੱਟਾ ਹੋ ਜਾਂਦਾ, ਦੂਸਰਾ ਪਾਸਾ ਕਰ ਲਓ ਤੇ ਸਾਰੀ ਵਰਦੀ ਚਿੱਟੀ ਹੋ ਜਾਂਦੀ ਹੈ। ਉਹ 2 ਵੱਡੀਆਂ ਤਾਕਤਾਂ ਦੇ ਵਿਚਾਲੇ ਫਸਿਆ ਸੀ। ਜਿਹੜੀ ਤਾਕਤ ਹਮਲਾ ਕਰਨ ਆਉਂਦੀ ਸੀ ਉਸ ਤਾਕਤ ਨਾਲ ਰਲ ਜਾਂਦਾ ਸੀ ਤੇ ਆਪਣੇ ਜਵਾਨਾਂ ਦੀ ਵਰਦੀ ਕਰਨ ਵਾਸਤੇ, ਉਹ ਉਹਨਾਂ ਵਰਗੀ ਕਰਨ ਵਾਸਤੇ ਕੋਟ ਦਾ ਉਹ ਰੰਗ ਕਰ ਲੈਂਦਾ ਸੀ। ਜੇ ਦੂਸਰੀ ਤਾਕਤ ਭਾਰੂ ਹੋ ਜਾਵੇ ਤੇ ਉਹਨਾਂ ਨਾਲ ਰਲਣ ਲੱਗਿਆ ਆਪਣੀ ਫੌਜ ਦੀ ਵਰਦੀ ਦਾ ਰੰਗ ਉਹਨਾਂ ਦੀ ਵਰਦੀ ਵਾਸਤੇ ਕਰਨ ਲੱਗਿਆ, ਉਹਦੇ ਵਰਗਾ ਕਰਨ ਲੱਗਿਆ, ਬਸ ਕੋਟ ਹੀ ਬਦਲਦਾ ਸੀ। ਉਹਦੇ ਤੋਂ ਟਰਨ ਕੋਟ ਦਾ ਮੁਹਾਵਰਾ ਜਿਹੜਾ ਉਹ ਮਸ਼ਹੂਰ ਹੋ ਗਿਆ ਸੀ। ਸਾਡੇ ਭਾਰਤ ਦੀ ਰਾਜਨੀਤੀ ਵਿੱਚ, ਸਾਡੇ ਪੰਜਾਬ ਦੀ ਰਾਜਨੀਤੀ ਵਿੱਚ ਬਹੁਤ ਸਾਰੇ ਟਰਨ ਕੋਟ ਹੈ। ਜੇ ਤੁਸੀਂ ਦਿੱਲੀ ਵਿੱਚ ਦੇਸ਼ ਦੀ ਰਾਜਨੀਤੀ ਵਿੱਚ ਵੇਖੋ ਤੇ ਸਿੰਧੀਆ ਪਰਿਵਾਰ ਤੋਂ ਵੱਡਾ ਟਰਨ ਕੋਟ ਕੌਣ ਹੋ ਸਕਦਾ। ਅਸੀਂ ਹੁਣ ਤੱਕ ਆਖੀ ਜਾਂਦੇ ਹਾਂ ਖੂਬ ਲੜੀ ਮਰਦਾਨੀ ਉਹ ਝਾਂਸੀ ਵਾਲੀ ਰਾਣੀ ਥੀ। ਝਾਂਸੀ ਵਾਲੀ ਰਾਣੀ ਅੰਗਰੇਜ਼ਾਂ ਨਾਲ ਲੜੀ ਸੀ, ਅੰਗਰੇਜ਼ ਝਾਂਸੀ ਵਾਲੀ ਰਾਣੀ ਨਾਲ ਨਹੀਂ ਸਨ ਲੜੇ। ਅੰਗਰੇਜ਼ਾਂ ਵੱਲੋਂ ਭਾਰਤੀ ਰਾਜੇ ਝਾਂਸੀ ਦੀ ਰਾਣੀ ਦੇ ਨਾਲ ਲੜੇ ਸਨ ਤੇ ਜਿਹੜੇ ਰਾਜੇ ਲੜੇ ਸਨ ਉਹ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲਾਂ ਕਾਂਗਰਸ ਨਾਲ ਗਏ, ਫਿਰ ਉਹਨਾਂ ਵਿੱਚੋਂ ਅੱਧੇ ਜੀ ਕਾਂਗਰਸ ਵਿੱਚ ਰਹੇ, ਅੱਧੇ ਜਨਸੰਘ ਨਾਲ ਚਲੇ ਗਏ। ਹੌਲੀ ਹੌਲੀ ਜਿਹੜੀ ਜਨਸੰਘ ਹੈ ਭਾਰਤੀ ਜਨਤਾ ਪਾਰਟੀ ਬਣਨ ਤੋਂ ਬਾਅਦ ਇੰਨੀ ਮਜ਼ਬੂਤ ਹੋ ਗਈ ਹੈ ਕਿ ਜਿਹੜੇ ਉਹ ਅੱਧੇ ਕਾਂਗਰਸ ਵਿੱਚ ਰਹਿ ਗਏ ਸਨ ਉਹ ਵੀ ਇੱਕ ਇੱਕ ਕਰਕੇ ਹੁਣ ਉਸ ਜਨਸੰਘ ਦੇ ਵਿੱਚ, ਉਸ ਪੁਰਾਣੀ ਜਨਸੰਘ ਦੀ ਥਾਂ ਨਵੀਂ ਬਣੀ ਭਾਰਤੀ ਜਨਤਾ ਪਾਰਟੀ 'ਚ ਆਉਂਦੇ ਜਾ ਰਹੇ ਨੇ। ਇਹੋ ਜਿਹੇ ਟਰਨ ਕੋਟ ਜਿਹੜੇ ਆ ਉਹ
ਇਸ ਰਾਜਨੀਤੀ ਨੂੰ ਪ੍ਰਭਾਵਿਤ ਕਰਦੇ ਪਏ ਨੇ। ਸਾਡੇ ਪੰਜਾਬ ਵਿੱਚ ਵੀ ਇਹੋ ਜਿਹੇ ਟਰਨਕੋਟ ਹੈਗੇ ਨੇ। ਕੁਝ ਇਹੋ ਜਿਹੇ ਟਰਨਕੋਟ ਨੇ ਜਿਹੜੇ ਰਾਜਨੀਤੀ ਵਿੱਚ ਆਉਂਦੇ ਆ, ਸਰਕਾਰ ਕਿਸੇ ਦੀ ਵੀ ਹੋਵੇ, MLA ਜਾਂ MP ਬਣਨ, ਜਾਂ ਜੇ ਨਹੀਂ ਤੇ ਦਲ ਬਦਲੀ ਕਰਕੇ ਸਰਕਾਰ ਨਾਲ ਜੁੜਨ ਤੇ ਕੁਝ ਮੰਤਰੀ ਪੱਧਰ ਦੀ ਚੇਅਰਮੈਨੀ ਲੈਣ ਵਾਸਤੇ ਰਾਤੋਂ ਰਾਤ ਰਾਹ ਖੋਲ੍ਹ ਲੈਂਦੇ ਆ। ਹਰ ਵਾਰੀ ਉਹ ਕਹਿੰਦੇ ਆ ਮੈਂ ਸਿਧਾਂਤ ਨਾਲ ਸਮਝੌਤਾ ਨਹੀਂ ਕਰਦਾ, ਮੈਨੂੰ ਪਿਛਲੀ ਪਾਰਟੀ 'ਚ ਨੁਕਸ ਲੱਗੇ ਸੀ, ਮੈਂ ਇਹਦੇ 'ਚ ਆ ਗਿਆ। ਅਸਲ ਵਿੱਚ ਪਿਛਲੀ ਪਾਰਟੀ 'ਚ ਨੁਕਸ ਨਹੀਂ ਹੁੰਦੇ, ਇਹ ਨੁਕਸ ਹੀ ਇਹੋ ਜਿਹੇ ਬੰਦੇ ਹੁੰਦੇ ਆ ਜਿਹੜੇ ਹਰ ਪਾਰਟੀ 'ਚ ਜਾਂਦੇ ਆ, ਗੰਦ ਪਾਉਂਦੇ ਆ, ਉਹ 'ਚੋਂ ਆਪਣਾ ਹਿੱਸਾ ਲੈਂਦੇ ਆ ਤੇ ਫਿਰ ਦੂਸਰੀ ਪਾਰਟੀ 'ਚ ਆ ਜਾਂਦੇ ਆ। ਪਰ ਹੁਣ ਇਹਨਾਂ ਦੇ ਨਾਲ ਨਾਲ ਠੱਗਾਂ ਚੋਰਾਂ ਦੀਆਂ ਇਹੋ ਜਿਹੀਆਂ ਜਮਾਤਾਂ ਕੁਝ ਜੁੜ ਗਈਆਂ ਨੇ ਜਿਨ੍ਹਾਂ ਦੀ ਚਰਚਾ ਵਾਰ-ਵਾਰ ਹੁੰਦੀ ਆ, ਪਰ ਉਹਨਾਂ ਨੂੰ ਕਦੇ ਕਿਸੇ ਨੇ ਹੱਥ ਨਹੀਂ ਪਾਇਆ। ਮਿਸਾਲ ਦੇ ਤੌਰ ਤੇ ਪਰਲ ਗ੍ਰੀਨ ਕੰਪਨੀ ਆ, ਉਹ ਦੇਸ਼ ਦੇ ਲੋਕਾਂ ਦਾ 50,000 ਕਰੋੜ ਰੁਪਈਆ ਖਾ ਗਈ, 60,000 ਕਰੋੜ ਖਾ ਗਈ ਜਾਂ 80,000 ਕਰੋੜ ਖਾ ਗਈ। ਅਜੇ ਤੱਕ ਇਹੋ ਨਹੀਂ ਪਤਾ ਲੱਗਦਾ। ਜਿਹਦੇ ਬਾਰੇ ਇਹ ਪਤਾ ਨਹੀਂ ਲੱਗਦਾ, ਉਸ ਕੰਪਨੀ ਦੇ ਬਾਰੇ ਚਰਚੇ ਸਨ ਕਿ ਪਹਿਲਾਂ ਉਹ ਪੰਜਾਬ ਦੀ ਰਾਜ ਕਰਦੀ ਇੱਕ ਪਾਰਟੀ ਦੇ ਨੇੜੇ ਹੁੰਦੀ ਸੀ, ਫਿਰ ਉਹ ਦੂਸਰੀ ਪਾਰਟੀ ਜਿਹੜੀ ਆ ਉਹਦੇ ਨਾਲ ਜੁੜ ਗਈ। ਹਾਲਾਤ ਇਹ ਬਣੇ ਸਨ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਵਾਰੀ ਅਕਾਲੀ ਦਲ ਨੇ ਬਠਿੰਡੇ 'ਚ ਰੈਲੀ ਕੀਤੀ ਤੇ ਉਸੇ ਕੰਪਨੀ ਦੀ ਜ਼ਮੀਨ ਦੇ ਉੱਤੇ ਕੀਤੀ, ਬਗੈਰ ਜ਼ਮੀਨ ਦਾ ਕਿਰਾਇਆ ਦਿੱਤੇ ਤੋਂ ਕੀਤੀ। ਮੁੜ ਕੇ ਉਹਦੇ ਜਵਾਬ ਵਿੱਚ ਕਾਂਗਰਸ ਨੇ ਰੈਲੀ ਕੀਤੀ ਜਿੱਥੇ ਕੈਪਟਨ ਅਮਰਿੰਦਰ ਸਿੰਘ ਨੇ ਗੁਰਬਾਣੀ ਦਾ ਪਵਿੱਤਰ ਗੁਟਕਾ ਮੱਥੇ ਨੂੰ ਲਾ ਕੇ ਸਹੁੰ ਖਾਧੀ ਸੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣੀ ਰੈਲੀ ਕਰਨ ਵਾਸਤੇ ਉਹ ਥਾਂ ਚੁਣਿਆ। ਜਦੋਂ ਦੋਵਾਂ ਨੇ ਉਹ ਥਾਂ ਚੁਣਿਆ ਤੇ ਪੰਜਾਬ ਦੇ ਲੋਕਾਂ ਨੂੰ ਸਮਝ ਲੱਗ ਗਈ ਕਿ ਪਰਲ ਗ੍ਰੀਨ ਦਾ ਕੰਮ ਗ੍ਰੀਨ ਸਿਗਨਲ ਹੈ। ਉਹ ਪਿਛਲੀ ਸਰਕਾਰ ਵੇਲੇ ਹੋਵੇ ਜਾਂ ਇਸ ਸਰਕਾਰ ਵੇਲੇ ਹੋਵੇ, ਉਹਦਾ ਕੱਖ ਨਹੀਂ ਵਿਗੜਨਾ। ਹੁਣ ਤੱਕ ਉਹ ਮਜ਼ੇ ਮਾਣਦਾ। ਅਦਾਲਤ ਨੇ ਉਹਨੂੰ ਜੇਲ੍ਹ ਵਿੱਚ ਭੇਜਿਆ। ਜੇਲ੍ਹ ਵਿੱਚ ਰਹਿਣ ਦੇ ਬਜਾਏ ਉਸ ਕੰਪਨੀ ਦਾ ਮਾਲਕ ਹਰ ਵਾਰੀ ਇਹ ਕਹਿ ਕੇ ਕਿ ਮੈਂ ਬਿਮਾਰ ਹਾਂ, ਕਦੇ ਕਿਸੇ ਸਰਕਾਰੀ ਹਸਪਤਾਲ ਵਿੱਚ, ਕਦੇ ਕਿਸੇ ਪ੍ਰਾਈਵੇਟ ਹਸਪਤਾਲ ਵਿੱਚ, ਉਹ ਲਗਾਤਾਰ ਹਸਪਤਾਲਾਂ ਦੇ ਵਿੱਚ ਬਹੁਤਾ ਸਮਾਂ ਰਹਿੰਦਾ ਹੈ। ਉੱਥੇ ਉਹਨੂੰ ਉੱਚੇ ਰੂਮ ਨਹੀਂ ਮਿਲਦੇ, ਸੂਈਟ ਮਿਲ ਜਾਂਦੇ ਆ 2-3 ਕਮਰਿਆਂ ਵਾਲੇ, ਜਿਨ੍ਹਾਂ 'ਚ ਸਾਰੇ ਦਾ ਸਾਰਾ ਪ੍ਰਬੰਧ ਹੁੰਦਾ, ਇੰਟਰਨੈੱਟ ਵੀ ਹੁੰਦਾ, ਉੱਥੇ ਬੈਠ ਕੇ ਆਪਣਾ ਕਾਰੋਬਾਰ ਚਲਾਉਂਦਾ। ਹੁਣ ਇੱਕ ਨਵੀਂ ਗੱਲ ਅੱਜ ਪਤਾ ਲੱਗੀ ਹੈ, ਇੱਕ ਅਖਬਾਰ ਨੇ ਲਿਖਿਆ ਕਿ ਉਸ ਕੰਪਨੀ ਦੇ ਵਿੱਚ ਜਿਹੜਾ ਉਹਨਾਂ ਦਾ CA ਫਸ ਗਿਆ ਸੀ, ਜਿਹਦੇ ਉੱਤੇ ਮੁਕੱਦਮੇ ਬਣੇ ਸਨ ਔਰ ਜਿਹਦੇ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਬਠਿੰਡੇ 'ਚ ਆਖਿਆ ਸੀ ਕਿ ਮੈਂ ਇਸ ਕੰਪਨੀ ਤੋਂ ਲੋਕਾਂ ਦਾ ਇੱਕ ਪੈਸਾ ਵਾਪਸ ਕਰਾਵਾਂਗਾ। ਹੋਇਆ ਕੀ ਹੈ ਕਿ ਉਸ ਕੰਪਨੀ ਦੇ ਮਾਲਕਾਂ ਦੇ ਵਿੱਚ ਜਿਹੜਾ ਉਹਨਾਂ ਦੇ ਨਾਲ ਉਹਨਾਂ ਦਾ CA ਫਸ ਗਿਆ ਸੀ, ਉਹ CA ਦੇ ਨਾਂ ਦੇ ਉੱਤੇ ਇੱਕ ਹੋਰ ਕੰਪਨੀ ਬਣਾਈ ਗਈ, ਜਿਹੜੀ ਕੰਪਨੀ ਆ ਜਿਹੜੇ ਸੇਵਾ ਵਾਲੇ ਅਦਾਰੇ ਅੱਡ-ਅੱਡ ਥਾਵਾਂ 'ਤੇ ਅਕਾਲੀ ਭਾਜਪਾ ਸਰਕਾਰ ਬਣਾ ਕੇ ਗਈ ਸੀ, ਇਹਨਾਂ ਅਦਾਰਿਆਂ ਦਾ ਪ੍ਰਬੰਧ ਉਸ CA ਦੀ ਕੰਪਨੀ ਨੂੰ ਦੇ ਦਿੱਤਾ ਗਿਆ, ਇਹ ਕਹਿ ਕੇ ਕਿ ਆਪਣਾ ਮੁਨਾਫਾ ਘੱਟ ਲਵੇਗੀ ਤੇ ਪੰਜਾਬ ਸਰਕਾਰ ਨੂੰ ਮੁਨਾਫਾ ਵੱਧ ਦਿਆ ਕਰੇਗੀ। ਇਹ ਗੱਲ ਜਿਹੜੇ ਸੀ ਉਹ ਸਰਵਿਸ ਸੈਂਟਰ ਸਾਰੇ ਉਹਨੂੰ ਸੌਂਪਣ ਦੀ ਹੁਣ ਤੱਕ ਲੁਕੀ ਕਿਉਂ ਰਹੀ? ਹੁਣ ਨਵੀਂ ਸਰਕਾਰ ਦੇ ਆਏ ਤੋਂ ਬਾਅਦ ਬਾਹਰ ਕਿਉਂ ਆਈ ਆ? ਬਾਹਰ ਇਸ ਕਰਕੇ ਨਹੀਂ ਆਈ ਕਿ ਨਵੀਂ ਸਰਕਾਰ ਭਗਵੰਤ ਮਾਨ ਵਾਲੀ ਨੇ ਬਹੁਤ ਵੱਡਾ ਕੱਦੂ 'ਚ ਤੀਰ ਮਾਰ ਦਿੱਤਾ। ਬਾਹਰ ਇਸ ਕਰਕੇ ਆਈ ਹੈ ਕਿ ਜਿਹੜੇ ਬੱਚੇ, ਜਿਹੜੇ ਮੁੰਡੇ ਤੇ ਕੁੜੀਆਂ ਉਸ ਕੰਪਨੀ ਦੇ ਹੇਠ ਚੱਲਦੇ ਸਰਵਿਸ ਸੈਂਟਰਾਂ ਵਿੱਚ ਕੰਮ ਕਰਦੇ ਨੇ, ਉਹਨਾਂ ਨੇ ਬੌੜੀ ਕੀਤੀ ਕਿ 2018 'ਚ ਸਾਰਾ ਕੰਮ ਉਸ ਕੰਪਨੀ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਸੌਂਪ ਦਿੱਤਾ ਸੀ। ਉਹ ਕੰਪਨੀ ਸਰਕਾਰ ਤੋਂ ਇਹ ਸੇਵਾ ਸੈਂਟਰ ਚਲਾਉਣ ਦੇ 22,500 ਰੁਪਈਆ ਇੱਕ ਮੁਲਾਜ਼ਮ ਦਾ ਲੈਂਦੀ ਹੈ, ਪਰ ਮੁਲਾਜ਼ਮਾਂ ਦੀਆਂ ਤਨਖਾਹਾਂ 9,000 ਤੇ 10,000 ਨੇ। ਇੱਕ ਮੁਲਾਜ਼ਮ ਦੀ ਤਨਖਾਹ 'ਚੋਂ 10-12 12,500 ਰੁਪਈਆ ਉਹ ਕੰਪਨੀ ਬਾਹਰ ਦਾ ਬਾਹਰ ਖਾਈ ਜਾਂਦੀ ਹੈ। ਇਹ ਕਿੰਨਿਆਂ ਥਾਵਾਂ ਦੇ ਉੱਤੇ ਉਹ ਕੰਪਨੀ ਸਰਕਾਰੀ ਥਾਵਾਂ ਤੋਂ ਕੁੰਡੀਆਂ ਲਾ ਕੇ ਸਿੱਧੇ ਆਪਣੇ ਸੈਂਟਰ ਚਲਾਉਂਦੀ ਹੈ। ਜਾ ਕੇ ਪਤਾ ਕੀਤਾ ਜਾਵੇ ਤੇ ਉਹ ਵੀ ਪਤਾ ਲੱਗ ਜਾਵੇਗਾ। ਜੇ ਤੁਸੀਂ ਇਸੇ ਤੋਂ ਥੋੜ੍ਹਾ ਜਿਹਾ ਹੋਰ ਅੱਗੇ ਵਧੋ, ਸਾਡੇ ਕੋਲ ਅਜੇ ਤੱਕ ਇਸ ਗੱਲ ਦਾ ਰੌਲਾ ਪੈਂਦਾ ਸੀ, ਕਿਸਾਨ ਬੌੜੀ ਕਰਦੇ ਸਨ, ਅਸੀਂ ਮਾਰੇ ਗਏ, ਸਾਡੇ ਖੇਤਾਂ ਤੱਕ ਨਹਿਰਾਂ ਦਾ ਪਾਣੀ ਨਹੀਂ ਆਉਂਦਾ। ਨਹਿਰਾਂ ਦਾ ਪਾਣੀ ਜਾਂਦਾ ਕਿੱਥੇ ਹੈ? ਪਿੱਛੋਂ ਤਾਂ ਪਾਣੀ ਪੂਰਾ ਆਉਂਦਾ, ਜਾ ਕਿੱਥੇ ਰਿਹਾ ਇਹ ਪਤਾ ਨਹੀਂ ਸੀ ਲੱਗਦਾ। ਹੁਣ ਉਹਦੇ ਉੱਤੇ ਥੋੜ੍ਹੀ ਜਿਹੀ ਪੁੱਛ ਪੜਤਾਲ ਸ਼ੁਰੂ ਹੋਈ ਹੈ। ਸਭ ਤੋਂ ਪਹਿਲਾਂ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚੋਂ ਰਿਪੋਰਟ ਆਈ ਆ, ਬਾਰਡਰ ਦੇ ਨਾਲ ਇਲਾਕੇ 'ਚੋਂ ਰਿਪੋਰਟ ਆਈ ਆ, ਉੱਥੇ 32 ਜਣਿਆਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ। ਉਹਨਾਂ 'ਚੋਂ 32 ਜਣੇ, 32 ਦੇ ਵਿੱਚੋਂ 4 ਜਣੇ ਇੱਕੋ ਪਰਿਵਾਰ ਦੇ ਨੇ ਤੇ ਜਿਹੜੇ ਪਰਿਵਾਰ ਦੇ 4 ਜਣੇ ਨੇ, ਉਸ ਪਰਿਵਾਰ ਦਾ ਮੁਖੀ ਕਾਂਗਰਸੀ ਸਰਕਾਰ ਵਿੱਚ ਮੰਤਰੀ ਹੁੰਦਾ ਸੀ, ਅਕਾਲੀ ਸਰਕਾਰ ਵਿੱਚ ਮੰਤਰੀ ਦੇ ਦਰਜੇ ਵਾਲਾ ਹੁੰਦਾ ਸੀ। ਤੇ ਪਤਾ ਇਹ ਲੱਗਾ
ਕਿ ਨਜਾਇਜ਼ ਮੋਗੇ ਲਾ ਕੇ ਤੇ ਰਾਹ ਦੇ ਵਿੱਚੋਂ ਹੀ ਪਾਣੀ ਸਾਰਾ ਆਪਣੇ ਖੇਤਾਂ ਨੂੰ ਵਗਾ ਲੈਂਦੇ ਸਨ। ਜਿਹੜੇ ਟੇਲ ਦੇ 10-12 ਪਿੰਡਾਂ ਦੇ ਕਿਸਾਨ ਆ ਉਹਨਾਂ ਤੱਕ ਪਾਣੀ ਨਹੀਂ ਸੀ ਜਾ ਰਿਹਾ। ਔਰ ਪਿਛਲੇ ਸਮੇਂ ਦੇ ਵਿੱਚ ਉੱਥੋਂ ਦੇ ਲੋਕਾਂ ਨੇ ਬੜੀ ਕੀਤਾ। ਉਹਨਾਂ ਆਖਿਆ ਕਿ ਪਿਛਲੀਆਂ 2 ਸਰਕਾਰਾਂ ਸਾਨੂੰ ਇਨਸਾਫ ਨਹੀਂ ਦੇ ਸਕੀਆਂ ਕਿ ਭਗਵੰਤ ਮਾਨ ਦੀ ਸਰਕਾਰ ਦੇ ਵਕਤ ਵੀ ਸਾਡੇ ਖੇਤਾਂ ਦੇ ਹਿੱਸੇ ਦਾ ਪਾਣੀ ਇਹਨਾਂ ਵੱਡਿਆਂ ਦੇ ਖੇਤਾਂ ਵਿੱਚ ਹੀ ਵਗਦਾ ਰਹੇਗਾ। ਫਿਰ ਸਪੈਸ਼ਲ ਜਾਂਚ ਹੋਈ, ਉਹ ਜਾਂਚ ਤੋਂ ਬਾਅਦ ਪਰਚਾ ਦਰਜ ਹੋਇਆ। ਕੱਲ੍ਹ ਦੇ ਅਖਬਾਰਾਂ ਵਿੱਚ ਵੀ ਤੇ ਪਰਸੋਂ ਦੇ ਅਖਬਾਰਾਂ ਵਿੱਚ ਵੀ ਉਹਦੀ ਚਰਚਾ ਹੋ ਚੁੱਕੀ ਹੈ। ਇਸ ਤਰ੍ਹਾਂ ਦਾ ਕੰਮ ਵੀ ਹੁੰਦਾ ਪਿਆ। ਹੁਣ ਇੱਕ ਨਵੀਂ ਗੱਲ ਸੁਣ ਲਓ ਕਿ ਸਾਡਾ ਭਾਰਤ ਕਿੱਦਾਂ ਚੱਲਦਾ, ਸਾਡਾ ਪੰਜਾਬ ਕਿੱਦਾਂ ਚੱਲਦਾ। ਅੱਜ ਤੋਂ ਕਾਫੀ ਦੇਰ ਪਹਿਲਾਂ ਇਹ ਵੀ ਗੱਲ 2018 ਨਾਲ ਜੁੜ ਜਾਂਦੀ ਹੈ। 2018 'ਚ ਕੀ ਹੋਇਆ ਕਿ ਬਠਿੰਡੇ ਦੇ ਵਿੱਚ ਬੱਸ ਸਟੈਂਡ ਦੇ ਉੱਤੇ ਟਿਕਟਾਂ ਕੱਟਣ ਵਾਲੀ ਮਸ਼ੀਨ ਜਿਹੜੀ ਹੈ, ਟਿਕਟਿੰਗ ਮਸ਼ੀਨ, ਉਹ ਉਸੇ ਤਰ੍ਹਾਂ ਦੀ ਹੁੰਦੀ ਆ ਜਿਸ ਤਰ੍ਹਾਂ ਦੇ ਦੁਕਾਨਾਂ 'ਤੇ ਮਸ਼ੀਨ ਪਈ ਹੁੰਦੀ ਹੈ ਜਿਹਦੇ 'ਚ ਅਸੀਂ ਕਾਰਡ ਵਿੱਚ ਦੀ ਪਾਉਂਦੇ ਹਾਂ, ਨੰਬਰ ਪੰਚ ਕਰਦੇ ਹਾਂ ਅਤੇ ਸਾਡੇ ਪੈਸੇ ਜਿਹੜੇ ਉਹ ਖਰੀਦਾ ਉੱਥੇ ਦੁਕਾਨਦਾਰ ਦੇ ਖਾਤੇ 'ਚ ਚਲੇ ਜਾਂਦੇ ਆ। ਉਹ ਜਿਹੜੀ ਕ੍ਰੈਡਿਟ ਕਾਰਡ ਅਤੇ ਡੈਬਿਟ ਕਾਰਡ ਸਵੈਪ ਕਰਨ ਵਾਲੀ ਮਸ਼ੀਨ ਹੈ, ਉਹਦੇ ਵਰਗੀ ਮਸ਼ੀਨ ਅੱਜ ਕੱਲ੍ਹ ਰੋਡਵੇਜ ਨੇ ਅਤੇ ਪੈਪਸੂ ਟਰਾਂਸਪੋਰਟ ਨੇ ਉਹ ਮਸ਼ੀਨਾਂ ਅੱਡ ਥਾਵਾਂ 'ਤੇ ਬੱਸ ਅੱਡਿਆਂ 'ਤੇ ਦਿੱਤੀਆਂ। ਅੱਡੇ ਦੇ ਉੱਤੇ ਖੜਾ ਅੱਡਾ ਕੰਡਕਟਰ ਜਿਹੜਾ ਉਹਨਾਂ ਮਸ਼ੀਨਾਂ ਤੋਂ ਟਿਕਟਾਂ ਕੱਟਦਾ ਸਵਾਰੀਆਂ ਨੂੰ, ਸਵਾਰੀਆਂ ਬਿਠਾ ਦਿੰਦਾ। ਬਿਠਾਉਣ ਤੋਂ ਬਾਅਦ ਇੱਕ ਵੇ ਬਿੱਲ ਜਿਹੜਾ ਉਹ ਜਾਰੀ ਕਰਦਾ। ਉਹ ਵੇ ਬਿੱਲ ਉਹਨੂੰ ਡਾਕਟ ਕਹਿ ਦਿੰਦੇ ਆ। ਉਹ ਡਾਕਟ ਦੇ ਕੇ ਬੱਸ ਚਲੀ ਜਾਂਦੀ ਹੈ। ਕੰਡਕਟਰ ਉੱਥੇ ਭਰ ਦਿੰਦਾ ਕਿ ਇੰਨੀਆਂ ਸਵਾਰੀਆਂ ਦੀਆਂ ਟਿਕਟਾਂ ਮੈਂ ਕੱਟੀਆਂ ਅਤੇ ਇੰਨੀਆਂ ਸਵਾਰੀਆਂ ਦੀਆਂ ਟਿਕਟਾਂ ਫਲਾਣੇ ਨੰਬਰ ਦੀ ਜਿਹੜੀ ਟਿਕਟਿੰਗ ਮਸ਼ੀਨ ਆ ਉਹਦੇ ਉੱਤੋਂ ਕੱਟੀਆਂ ਗਈਆਂ ਅਤੇ ਆਹ ਉਹਦਾ ਵੇ ਬਿੱਲ ਆ ਉਹ ਨਾਲ ਅਟੈਚ ਕਰ ਦਿੰਦਾ। 2018 ਦੇ ਵਿੱਚ ਉੱਥੋਂ ਸ਼ਾਇਦ 3 ਜਾਂ 4 ਮਸ਼ੀਨਾਂ ਚੋਰੀ ਹੋ ਗਈਆਂ। ਉਦੋਂ ਤੋਂ ਲੈ ਕੇ ਹੁਣ ਤੱਕ ਉਹ ਮਸ਼ੀਨਾਂ ਚੋਰੀ ਹੋ ਗਈਆਂ, ਪਰ ਉਹਦੇ ਬਾਵਜੂਦ ਉੱਥੇ ਚੱਲਦੀਆਂ ਰਹੀਆਂ। ਉਹ ਸ਼ਾਇਦ 30-40 ਕਰੋੜ ਦਾ ਘਪਲਾ ਇਸ ਗੱਲ 'ਚ ਹੋ ਗਿਆ ਕਿ ਉਹ ਕਰਦੇ ਕੀ ਸੀ, ਹਰ ਵਾਰੀ ਬੱਸ ਆਈ ਉਹਦੀ ਟਿਕਟਿੰਗ ਕਰਕੇ ਸਵਾਰੀਆਂ ਨੂੰ ਟਿਕਟਾਂ ਦੇ ਕੇ ਵੇ ਬਿੱਲ ਕੱਟ ਕੇ ਕੰਡਕਟਰ ਨੂੰ ਦੇ ਦਿੰਦੇ ਸੀ। ਕੰਡਕਟਰ ਚਲਾ ਜਾਂਦਾ ਸੀ ਅਤੇ ਉਸ ਮਸ਼ੀਨ 'ਚੋਂ ਡਾਟਾ ਡਿਲੀਟ ਕਰ ਦਿੰਦੇ ਸੀ। ਕੰਡਕਟਰ ਜਾ ਕੇ ਆਪਣੇ ਡਿਪੂ ਨੂੰ ਕਹਿ ਦਿੰਦਾ ਸੀ ਕਿ ਮੈਂ ਇੰਨੀਆਂ ਸਵਾਰੀਆਂ ਢੋ ਕੇ ਆਇਆ, ਉਹਨਾਂ ਦੇ ਇੰਨੇ ਪੈਸੇ ਬਣਦੇ ਆ, ਜਿਨ੍ਹਾਂ 'ਚੋਂ ਇੰਨੇ ਪੈਸੇ ਮੇਰੀ ਮਸ਼ੀਨ 'ਚ ਆ, ਇੰਨੇ ਪੈਸੇ ਬੱਸ ਅੱਡੇ ਵਾਲੀ ਅੱਡਾ ਕੰਡਕਟਰ ਦੀ ਮਸ਼ੀਨ ਵਿੱਚ ਆ। ਪਰ ਅੱਡਾ ਕੰਡਕਟਰ ਵਾਲੀ ਮਸ਼ੀਨ ਦੇ ਪੈਸੇ ਕਦੇ ਰੋਡਵੇਜ ਦੇ ਖਾਤੇ 'ਚ, ਕਦੇ ਸਰਕਾਰ ਦੇ ਖਾਤੇ 'ਚ ਆਏ ਨਹੀਂ। ਹੁਣ ਉਹ ਵੀ ਕੰਮ ਚੱਲਦਾ ਪਿਆ। ਜਦੋਂ ਇਹੋ ਜਿਹੇ ਹਾਲਾਤ ਬਣੇ ਪਏ ਹੋਣ, ਉਹਨਾਂ ਦੇ ਵਿੱਚ ਅਸੀਂ ਅੱਜ ਜਦੋਂ ਬੈਠੇ ਹਾਂ, ਇਹ ਵੇਖਣਾ ਪਏਗਾ ਕਿ ਨਵੀਂ ਸਰਕਾਰ ਜਿਹੜੀ ਆਈ ਆ ਉਹਨੇ ਜੋ ਕੁਝ ਆਖਿਆ ਸੀ ਉਹ ਕੀ ਇਹ ਵਾਅਦੇ ਪੂਰੇ ਕਰ ਰਹੀ ਹੈ। ਮੈਂ ਇੱਕ ਬੇਨਤੀ ਕਰਦਾ, ਪੰਜਾਬ ਦਾ ਨਵਾਂ ਮੁੱਖ ਮੰਤਰੀ ਹੁਣ ਬਣਿਆ। ਰਾਜਨੀਤੀ ਵਿੱਚ 2012 'ਚ ਮਨਪ੍ਰੀਤ ਸਿੰਘ ਬਾਦਲ ਦੀ ਪੀਪਲਸ ਪਾਰਟੀ ਵੱਲੋਂ ਚੋਣ ਲੜਨ ਵੇਲੇ ਆਇਆ ਸੀ। ਜਿਹੜੀ ਚੋਣ ਇਹਨਾਂ ਨੇ ਇਹ ਦਾਅਵਾ ਕਰਕੇ ਲੜੀ ਸੀ ਕਿ ਅਸੀਂ 100 ਸੀਟਾਂ ਜਿੱਤਣੀਆਂ, ਉਹਦੇ 'ਚੋਂ ਏਕਾ ਬੁੱਝ ਗਿਆ ਸੀ ਅਤੇ 0-0-0-0-0 ਆਈ ਸੀ। ਮਨਪ੍ਰੀਤ ਸਿੰਘ ਬਾਦਲ 2 ਥਾਵਾਂ ਤੋਂ ਲੜਿਆ, ਦੋਵੇਂ ਥਾਵਾਂ ਤੋਂ ਹਾਰ ਗਿਆ ਸੀ। ਭਗਵੰਤ ਮਾਨ 1 ਥਾਂ ਤੋਂ ਲੜਿਆ, ਇਹ ਵੀ ਹਾਰ ਗਿਆ ਸੀ, ਸਾਰੇ ਹਰੇ ਸਿੰਘ। ਉਦੋਂ ਭਗਵੰਤ ਮਾਨ ਰਾਜਨੀਤੀ 'ਚ ਆਇਆ ਸੀ। 2014 'ਚੋਂ ਪਾਰਲੀਮੈਂਟ ਮੈਂਬਰ ਬਣ ਗਿਆ। ਮੈਂ ਗੱਲ ਉਹਦੇ ਤੋਂ ਪਹਿਲਾਂ ਦੀ ਕਰਨੀ ਹੈ, ਜਦੋਂ ਇਹ ਕਮੇਡੀਅਨ ਹੁੰਦਾ ਸੀ। ਇਹਨੇ ਇੱਕ ਵਾਰੀ ਆਪਣੇ ਇੱਕ ਪ੍ਰੋਗਰਾਮ ਦੇ ਵਿੱਚ ਇਹ ਆਖਿਆ ਸੀ ਕਿ ਜਦੋਂ ਪੁੱਛਿਆ ਗਿਆ ਫਲਾਣੇ ਦੇਸ਼ ਵਿੱਚ ਭ੍ਰਿਸ਼ਟਾਚਾਰ ਇਹ ਕਦੋਂ ਤੱਕ ਰੁਕੂਗਾ, ਅਤੇ ਧਰਮਰਾਜ ਨੇ ਆਖਿਆ ਕਿ ਮੇਰਾ ਲੇਖਾ ਪੱਤਾ ਦੱਸਦਾ ਕਿ ਇੰਨੇ ਕੁ ਸਾਲਾਂ 'ਚ ਰੁਕੂ। ਫਿਰ ਉਹਨੂੰ ਪੁੱਛਿਆ ਫਲਾਣੇ ਦੇਸ਼ 'ਚ, ਥੋੜ੍ਹਾ ਜਿਹਾ ਵਧਾ ਕੇ ਉਹਨੇ ਆਖਿਆ ਇੰਨੇ ਕੁ ਸਾਲਾਂ 'ਚ। ਫਿਰ ਪੁੱਛਿਆ ਫਲਾਣੇ ਦੇਸ਼ 'ਚ, ਥੋੜ੍ਹਾ ਹੋਰ ਵਧਾ ਕੇ ਆਖਿਆ ਕਿ ਇੰਨਿਆਂ ਕੁ ਸਾਲਾਂ ਦੇ ਵਿੱਚ ਉੱਥੇ ਭ੍ਰਿਸ਼ਟਾਚਾਰ ਰੁਕ ਜੂ, ਪਰ ਬਹੁਤ ਦੇਰ ਲੱਗੂਗੀ, ਬੜਾ ਚਿਰ ਲੱਗਣਾ। ਬਾਅਦ ਵਿੱਚ ਉਹਨੂੰ ਪੁੱਛਿਆ ਗਿਆ ਜੀ ਭਾਰਤ ਵਿੱਚ ਭ੍ਰਿਸ਼ਟਾਚਾਰ ਕਦੋਂ ਖਤਮ ਹੋਊਗਾ, ਅਤੇ ਧਰਮਰਾਜ ਉੱਚੀ ਰੋਣ ਲੱਗ ਪਿਆ। ਕਹਿੰਦਾ ਇੱਥੇ ਤਾਂ ਮੇਰੇ ਜਿਉਂਦੇ ਜੀ ਜਦ ਤੱਕ ਧਰਮਰਾਜ ਦੀ ਹਸਤੀ ਹੈ, ਜਦ ਤੱਕ ਮੇਰਾ ਸਿੰਘਾਸਨ ਚੱਲਦਾ, ਤੁਸੀਂ ਭਾਰਤ ਦੇ ਲੋਕ ਆਸ ਹੀ ਨਾ ਰੱਖੋ ਕਿ ਇੱਥੇ ਭ੍ਰਿਸ਼ਟਾਚਾਰ ਖਤਮ ਹੋ ਜਾਵੇਗਾ। ਜੇ ਇਹ ਗੱਲ ਉਸ ਵਕਤ ਸੱਚੀ ਸੀ ਅਤੇ ਅੱਜ ਭਗਵੰਤ ਮਾਨ ਜਦੋਂ ਮੁੱਖ ਮੰਤਰੀ ਬਣ ਗਿਆ ਅਤੇ ਉਹਦੇ ਆਉਣ ਦੇ ਨਾਲ ਸਾਰਾ ਕੁਝ ਇਹੋ ਜਿਹਾ ਨਹੀਂ ਹੋ ਜਾਣਾ। ਜਿਸ ਤਰ੍ਹਾਂ ਝੋਨੇ ਦੇ ਵਿੱਚ ਕੀੜੇ ਮਾਰ ਦਵਾਈ ਪਾਓ ਅਤੇ ਉਹ ਨਦੀਨ ਮਾਰ ਦਿੰਦੀ ਹੈ ਅਤੇ ਝੋਨਾ ਬਚ ਜਾਂਦਾ, ਇਹੋ ਜਿਹੀ ਕੋਈ ਕੀੜੇ ਮਾਰ ਦਵਾਈ ਭਗਵੰਤ ਮਾਨ ਜੇ ਦਾਅਵਾ ਕਰੇ ਕਿ ਮੇਰੇ ਕੋਲ ਹੈਗੀ ਆ ਅਤੇ ਉਹ ਗਲਤ ਹੋਵੇਗਾ। ਨਾ ਉਹਦੇ ਕੋਲ ਇਹੋ ਜਿਹੀ ਦਵਾਈ ਹੈਗੀ ਆ, ਨਾ ਭ੍ਰਿਸ਼ਟਾਚਾਰ ਬਿਲਕੁਲ ਖਤਮ ਹੋਣਾ। ਜਿਹੜੇ ਦੇਸ਼ਾਂ ਵਿੱਚ ਬਹੁਤ ਇਮਾਨਦਾਰ ਸਿਸਟਮ ਆ, ਢੱਕੀ ਛੁਪੀ ਕੁਝ ਨਾ ਕੁਝ ਕਰਪਸ਼ਨ ਉੱਥੇ ਵੀ ਚੱਲਦੀ ਆ, ਪਰ ਸਾਡੇ ਤਾਂ ਅੱਗੇ ਕਹਿੰਦੇ ਹੁੰਦੇ ਸੀ ਇੱਟ ਪੁੱਟਿਆ ਚੋਰ ਨਿਕਲਦਾ। ਹੁਣ ਇੱਟ ਵੀ ਪੁੱਟਣ ਦੀ ਲੋੜ ਨਹੀਂ, ਚੋਰ ਮੁੱਛਾਂ ਨੂੰ ਤਾਹ ਦੇ ਕੇ ਹਰ ਸਰਕਾਰੀ ਦਫ਼ਤਰ ਵਿੱਚ, ਹਰ ਕਚਹਿਰੀ 'ਚ, ਹਰ ਥਾਂ ਦੇ ਉੱਤੇ ਮਿਲ ਜਾਣਗੇ।
ਧਾਰਮਿਕ ਥਾਵਾਂ ਦੇ ਉੱਤੇ ਵੀ ਮਿਲ ਜਾਣਗੇ, ਜਿਹੜੇ ਤੁਹਾਨੂੰ ਕਹਿਣਗੇ ਕਿ ਲਾਈਨ ਬੜੀ ਲੰਮੀ ਆ, ਜੇ ਤੁਸੀਂ ਦਰਸ਼ਨ ਕਰਨੇ ਹੋਏ, ਜੇ ਤੁਸੀਂ ਨਤਮਸਤਕ ਹੋਣਾ ਹੋਇਆ ਤੇ ਤੁਹਾਨੂੰ ਇੰਨਾ ਟਾਈਮ ਲੱਗ ਜਾਣਾ, ਇੰਨੇ ਕੁ ਪੈਸੇ ਸਾਨੂੰ ਦਿਓ, ਇੰਨੇ ਪੈਸੇ 'ਚੋਂ ਅਸੀਂ ਪੁਜਾਰੀ ਨੂੰ ਦੇਣੇ ਆ ਤੇ ਤੁਹਾਨੂੰ ਬਾਕੀਆਂ ਤੋਂ ਪਹਿਲਾਂ ਮੱਥਾ ਟਿਕਾ ਦਿਆਂਗੇ। ਇਹ ਕੰਮ ਜੇ ਧਰਮ ਸਥਾਨਾਂ ਤੱਕ ਵੀ ਪਹੁੰਚਿਆ ਪਿਆ, ਸਰਕਾਰੀ ਦਫ਼ਤਰਾਂ ਦੇ ਵਿੱਚ ਇੱਕ ਪਟਵਾਰੀ ਫੜਿਆ ਜਾਵੇ ਜਿਹਦੇ ਬਾਰੇ ਰਿਕਾਰਡ ਦੇ ਉੱਤੇ ਹੋਵੇ ਕਿ ਸਰਕਾਰ ਤੋਂ ਵੀ ਤਨਖਾਹ ਲੈ ਰਿਹਾ ਤੇ ਪਿੰਡ ਦਾ ਨੰਬਰਦਾਰ ਬਣ ਕੇ ਸਰਕਾਰ ਤੋਂ ਨੰਬਰਦਾਰ ਭੱਤਾ ਵੀ ਲੈ ਰਿਹਾ, ਉਹਦੇ ਹੱਕ ਵਿੱਚ ਸਾਰੇ ਪੰਜਾਬ 'ਚ ਹੜਤਾਲ ਹੋ ਜਾਵੇ। ਇਹੋ ਜਿਹੇ ਹਾਲਾਤ ਵਿੱਚ ਪੰਜਾਬ ਵਿੱਚ ਜੇ ਮੁੱਖ ਮੰਤਰੀ ਭਗਵੰਤ ਮਾਨ ਆਖੇ ਕਿ ਮੈਂ ਜਾ ਕੇ ਸਾਰੀ ਦੀ ਸਾਰੀ ਕਰਪਸ਼ਨ ਰੋਕ ਦਿਆਂਗਾ, ਮੈਂ ਨਹੀਂ ਸਮਝਦਾ ਕਿ ਇਹ ਕਰਪਸ਼ਨ ਐਡੀ ਛੇਤੀ ਰੋਕੀ ਜਾ ਸਕਦੀ ਹੈ। ਮੈਂ ਇਹ ਵੀ ਨਹੀਂ ਕਹਿੰਦਾ ਕਿ ਭਗਵੰਤ ਮਾਨ ਦੀ ਸਰਕਾਰ ਨੇ ਕੀਤਾ ਕੁਛ ਨਹੀਂ, ਉਹਨਾਂ ਨੇ ਕੁਛ ਨਾ ਕੁਛ ਤਾਂ ਕੀਤਾ ਹੀ ਆ। ਕੁਝ ਗੱਲਾਂ ਜਿਹੜੀਆਂ ਥੋੜ੍ਹਾ ਬਹੁਤ ਉਹਨੇ ਹੰਬੜੇ ਮਾਰੇ ਨੇ, ਪੰਜਾਬ ਦੇ ਲੋਕ ਵੇਖਦੇ ਪਏ ਆ। ਉਹਨੇ ਆਖਿਆ ਕਿ ਇਸ ਵਾਰੀ ਅਸੀਂ ਝੋਨੇ ਦੀ ਬਿਜਾਈ ਘੱਟ ਕਰੀਏ, ਖਾਸ ਕਰਕੇ ਕੱਦੂ ਕਰਕੇ ਪਾਣੀ ਦੇ ਜਿਹੜੇ ਛੱਪੜ ਬਣਾ ਕੇ ਖੇਤਾਂ ਨੂੰ ਉਹਨਾਂ 'ਚ ਬਿਜਾਈ ਕਰਨ ਦਾ ਕੰਮ ਘੱਟ ਕਰੀਏ। ਉਹਦੀ ਗੱਲ ਦਾ ਲੋਕਾਂ ਨੇ ਹੁੰਗਾਰਾ ਭਰਿਆ। ਪਹਿਲਾਂ ਪਹਿਲ ਸਿਆਸੀ ਪਾਰਟੀਆਂ ਨੇ ਕੁਝ ਵਿਰੋਧ ਕੀਤਾ, ਕਿਸਾਨ ਤਾਂ ਮਾਰੇ ਜਾਣਗੇ। ਜਦੋਂ ਉਹਨੇ ਆਖਿਆ ਕਿ ਮੈਂ 1500 ਰੁਪਈਆ ਸਰਕਾਰ ਵੱਲੋਂ ਪਰ ਏਕੜ ਲੋਕਾਂ ਨੂੰ ਦੇਵਾਂਗਾ ਕਿ ਤੁਸੀਂ ਕੱਦੂ ਕਰਨਾ ਛੱਡ ਕੇ ਤੇ ਝੋਨਾ ਬੀਜਣਾ ਸ਼ੁਰੂ ਕਰੋ ਸਿੱਧੀ ਬਿਜਾਈ ਨਾਲ, ਲੋਕਾਂ ਨੇ ਹੁੰਗਾਰਾ ਭਰਿਆ ਤੇ ਇਸ ਵਾਰੀ ਬਹੁਤ ਵੱਡੇ ਪੱਧਰ ਤੇ ਬਿਜਾਈ ਸਿੱਧੀ ਹੋਈ ਹੈ, ਬਗੈਰ ਕੱਦੂ ਕੀਤੇ ਤੋਂ ਹੋਈ ਹੈ। ਉਹਨੇ ਆਖਿਆ ਮੂੰਗੀ ਦੀ ਫਸਲ ਬੀਜੋ ਤੇ ਮੈਂ ਘੱਟੋ ਘੱਟ ਖਰੀਦ ਕੀਮਤ ਮਿਥਦਾ 7200 ਰੁਪਏ ਕੁਇੰਟਲ ਤੋਂ ਵੱਧ ਮਿਥ ਦਿੱਤੀ ਪੰਜਾਬ ਸਰਕਾਰ ਵੱਲੋਂ। ਨੋਟੀਫਿਕੇਸ਼ਨ ਜਾਰੀ ਕਰ ਦਿੱਤਾ, ਕਿਸਾਨਾਂ ਦੇ ਲੀਡਰਾਂ ਨਾਲ ਸਮਝੌਤਾ ਕਰ ਲਿਆ। ਇਹ ਪਹਿਲੀ ਵਾਰ ਹੈ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਲੋਕਾਂ ਨੇ ਮੂੰਗੀ ਬੀਜੀ ਆ। ਔਰ ਇਹ ਵੀ ਚੰਗੀ ਗੱਲ ਹੋਈ ਕਿ ਭਾਰਤ ਸਰਕਾਰ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਖਿਆ ਕਿ ਅਸੀਂ ਸਾਰੀ ਮੂੰਗੀ ਜਿਹੜੀ ਇਹਨੂੰ ਖਰੀਦਣ ਵਾਸਤੇ ਪੰਜਾਬ ਸਰਕਾਰ ਦਾ ਸਾਥ ਦਿਆਂਗੇ। ਮੈਂ ਕਹਿੰਦਾ ਚੰਗੀ ਗੱਲ ਆ। ਦਿੱਲੀ ਦੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਹ ਜੋ ਮਰਜ਼ੀ ਠੀਕ ਕਰੇ ਗਲਤ ਕਰੇ ਉਹ ਵੱਖਰੀ ਗੱਲ ਆ, ਪਰ ਉਹਦਾ ਕੇਂਦਰ ਸਰਕਾਰ ਨਾਲ ਆਡਾ ਲੱਗਾ ਰਹਿੰਦਾ, ਹਰ ਗੱਲ ਤੇ ਆਡਾ ਲੱਗਾ ਰਹਿੰਦਾ। ਉਹਦੀ ਥਾਂ ਦੇ ਉੱਤੇ ਜੇ ਪੰਜਾਬ ਦੀ ਸਰਕਾਰ ਲਗਾਤਾਰ ਟਕਰਾਅ ਦੀ ਨੀਤੀ ਛੱਡੇ ਤੇ ਕੇਂਦਰ ਦੀ ਸਰਕਾਰ ਵੀ ਇਹ ਆਖੇ ਕਿ ਬਾਕੀ ਗੱਲਾਂ ਦੇ ਉੱਤੇ ਜਿੱਥੇ ਸਿਆਸਤ ਹੈ ਉੱਥੇ ਲੜਦੇ ਰਹਾਂਗੇ, ਜਿੱਥੇ ਲੋਕਾਂ ਦੇ ਹਿੱਤ ਹੈ, ਕਿਸਾਨਾਂ ਦੇ ਹਿੱਤ ਹੈ, ਪੰਜਾਬ ਦੇ ਹਿੱਤ ਹੈ, ਦੇਸ਼ ਦੇ ਹਿੱਤ ਹੈ, ਉਹਨਾਂ ਗੱਲਾਂ ਦੇ ਉੱਤੇ ਅਸੀਂ ਆਪਸ ਵਿੱਚ ਮਿਲ ਕੇ ਚੱਲਣ ਨੂੰ ਤਿਆਰ ਹਾਂ। ਜਿਸ ਤਰ੍ਹਾਂ ਉਹਨਾਂ ਨੇ ਆਖਿਆ ਕਿ ਮੂੰਗੀ ਦੀ ਫਸਲ ਖਰੀਦਣ ਵਾਸਤੇ ਅਸੀਂ ਪੰਜਾਬ ਦੀ ਸਰਕਾਰ ਨਾਲ ਤਾਲਮੇਲ ਕਰਕੇ ਚੱਲਾਂਗੇ ਤੇ ਇਹੋ ਜਿਹੇ ਤਾਲਮੇਲ ਦਾ ਹਰ ਕਿਸੇ ਨੂੰ ਸਵਾਗਤ ਕਰਨਾ ਚਾਹੀਦਾ। ਉਹ ਚੰਗੀ ਗੱਲ ਹੋਈ ਹੈ। ਜੇ ਇਹਨਾਂ ਨੇ ਕੁਝ ਹੋਰ ਫੈਸਲੇ ਆਪਸ ਵਿੱਚ ਤਾਲਮੇਲ ਨਾਲ ਲੈਣੇ ਆ, ਜ਼ਰੂਰ ਲੈ ਲੈਣ, ਪਰ ਜਿੱਥੋਂ ਤੱਕ ਆ ਜਾਂਦਾ ਕਰਪਸ਼ਨ ਦਾ ਮੁੱਦਾ, ਉਹਦੇ ਉੱਤੇ ਮੈਂ ਬੇਨਤੀ ਕਰਾਂ ਕਿ ਭਗਵੰਤ ਮਾਨ ਦੀ ਸਰਕਾਰ ਜੋ ਮਰਜ਼ੀ ਆਖੀ ਜਾਵੇ ਕਿ ਅਸੀਂ ਆਹ ਕਰ ਦਿੱਤਾ, ਆਹ ਕਰ ਦਿੱਤਾ, ਐਡਾ ਸੌਖਾ ਨਹੀਂ। ਭਗਵੰਤ ਮਾਨ ਨੂੰ ਆਪਣੀ ਉਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਧਰਮਰਾਜ ਰੋਣ ਲੱਗ ਪਿਆ ਸੀ। ਧਰਮਰਾਜ ਜਿਹੜੇ ਭਾਰਤ ਦੇ ਸਵਾਲ ਤੇ ਰੋਂਦਾ ਸੀ ਕਿ ਮੇਰਾ ਜਦ ਤੱਕ ਸਿੰਘਾਸਨ ਕਾਇਮ ਹੈ ਭਾਰਤ ਦੇ ਵਿੱਚੋਂ ਭ੍ਰਿਸ਼ਟਾਚਾਰ ਖਤਮ ਨਹੀਂ ਹੋ ਸਕਦਾ। ਪੰਜਾਬ ਉਸ ਭਾਰਤ ਦਾ ਇੱਕ ਰਾਜ ਹੈ, ਇੱਕ ਸੂਬਾ ਹੈ, ਉਹਦੇ ਤੋਂ ਵੱਖਰਾ ਨਹੀਂ। ਇਸ ਪੰਜਾਬ ਦੇ ਵਿੱਚ ਅਸੀਂ ਬਹੁਤ ਸਾਰੇ ਰੰਗ ਵੇਖੇ ਹੋਏ ਨੇ। ਅਸੀਂ ਉਹ ਵੀ ਰੰਗ ਵੇਖਿਆ ਸੀ ਜਦੋਂ 1997 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੇਣ ਲੱਗਿਆ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਜਿਹੜਾ ਕੋਈ ਕਿਸੇ ਨੂੰ ਭ੍ਰਿਸ਼ਟਾਚਾਰ ਕਰਦੇ ਨੂੰ ਫੜਾਊਗਾ ਮੇਰੀ ਸਰਕਾਰ ਉਹਨੂੰ 25,000 ਰੁਪਏ ਇਨਾਮ ਦੇਵੇਗੀ। ਅਗਲੇ ਹਫ਼ਤੇ ਕਿਸੇ ਨੇ ਇੱਕ ਬੰਦਾ ਫੜਾਤਾ, ਉਹਨੂੰ 25,000 ਰੁਪਇਆ ਇਨਾਮ ਦਿੱਤਾ ਗਿਆ ਸੀ। ਅੱਜ ਤੋਂ 25 ਸਾਲ ਪਹਿਲਾਂ 25,000 ਬਹੁਤ ਵੱਡੀ ਰਕਮ ਹੁੰਦੀ ਸੀ। ਫਿਰ ਦੂਜਾ ਬੰਦਾ ਫੜਾਇਆ, ਦਿੱਤਾ ਗਿਆ ਸੀ। ਜਦੋਂ ਤੀਸਰਾ ਬੰਦਾ ਫੜਾਇਆ, ਉਹ ਵੱਡੀ ਮੱਛੀ ਸੀ, PCS ਅਫਸਰ ਸੀ ਤੇ ਵੱਡੀ ਗੱਲ ਉਹਦੇ ਉੱਤੇ ਵੀ ਇਹ ਕਿ ਉਹਦੀਆਂ ਜੜ੍ਹਾਂ ਮੁਕਤਸਰ ਜ਼ਿਲ੍ਹੇ ਦੇ ਲੰਬੀ ਇਲਾਕੇ ਵਿੱਚ ਸਨ ਜਿੱਥੋਂ ਮੁੱਖ ਮੰਤਰੀ ਸਾਹਿਬ ਚੁਣ ਕੇ ਆਏ ਸਨ। ਮੁੱਖ ਮੰਤਰੀ ਸਾਹਿਬ ਨੇ ਉਹਦੇ ਤੋਂ ਬਾਅਦ 25,000 ਰੁਪਇਆ ਕਰਪਸ਼ਨ ਫੜਾਉਣ ਵਾਲਿਆਂ ਨੂੰ ਦੇਣ ਦੀ ਸਕੀਮ ਬੰਦ ਕਰ ਦਿੱਤੀ ਸੀ। ਕੈਪਟਨ ਅਮਰਿੰਦਰ ਸਿੰਘ ਆ ਗਿਆ, ਇਹਨੇ ਆ ਕੇ ਆਖਿਆ ਮੈਂ ਭ੍ਰਿਸ਼ਟਾਚਾਰ ਰੋਕੂੰਗਾ। ਬੜੇ ਕਿੱਸੇ ਸਾਹਮਣੇ ਆਏ। ਫਿਰ ਕਿੱਸਾ ਇਹ ਵੀ ਆਇਆ ਕਿ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਚੇਅਰਮੈਨ ਰਵੀ ਸਿੱਧੂ ਫੜਿਆ ਗਿਆ। ਰਵੀ ਸਿੱਧੂ ਦੇ ਇੰਨੇ ਕਿੱਸੇ ਫੜੇ ਗਏ ਕਿ ਬਹੁਤ ਸਾਰੇ ਮੁੰਡੇ ਕੁੜੀਆਂ ਭਰਤੀ ਕੀਤੇ ਸੀ, ਕਰਪਸ਼ਨ ਕਰਕੇ ਕੀਤੇ ਸਨ। ਸਾਰੇ ਪਾਸੇ ਰੌਲਾ ਪੈ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਆ ਕੇ ਇਮਾਨਦਾਰੀ ਦੀ ਸਰਕਾਰ ਕਾਇਮ ਕਰ ਦਿੱਤੀ ਆ। ਬਹੁਤ ਡੰਕਾ ਵੱਜਿਆ, ਹਰ ਥਾਂ ਤੇ ਇਹਦੀ ਜੈ ਜੈਕਾਰ ਹੋਣ ਲੱਗ ਪਈ। ਪਰ ਇੱਕੋ ਸਾਲ ਲੰਘਿਆ, ਬਲਕਿ ਇੱਕੋ ਸਾਲ ਵੀ ਨਾ ਲੰਘਿਆ, ਜਿਸ ਦਿਨ ਰਵੀ ਸਿੱਧੂ ਦਾ ਲਾਕਰ ਖੋਲ੍ਹਿਆ ਗਿਆ ਉਹਦੇ ਲਾਕਰਾਂ 'ਚੋਂ ਇੰਨੇ ਨੋਟ ਨਿਕਲੇ ਕਿ ਸਾਰੇ ਬੈਂਕ ਦਾ ਫਰਸ਼ ਨੋਟਾਂ ਨਾਲ ਢੱਕਿਆ ਗਿਆ।
अगले दिन रौला पै गया कि जिन्ने नोट निकले विखाए गए ਉਹਦੇ ਤੋਂ ਅੱਧੇ ਖੜੇ ਪੈਰ ਲੁਕਾਏ ਗਏ ਤੇ ਵੰਡੇ ਵੰਡਾਏ ਗਏ ਸੀ। ਇਹਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਬਦਨਾਮੀ ਸ਼ੁਰੂ ਹੋ ਗਈ ਸੀ, ਉਦੋਂ ਹੀ ਸ਼ੁਰੂ ਹੋ ਗਈ ਸੀ। ਹੁਣ ਜਿਹੜੀ ਨਵੀਂ ਸਰਕਾਰ ਆਈ ਹੈ, ਇਹ ਨਵੀਂ ਸਰਕਾਰ ਨਹੀਂ ਗੀ, ਇਹ ਨਵੀਂ ਕਿਸਮ ਦੀ ਸਰਕਾਰ ਹੈ। ਪਿਛਲੀਆਂ ਦੋ ਸਰਕਾਰਾਂ ਸਨ, ਉਹ ਦੋਵੇਂ ਇੱਕੋ ਕਿਸਮ ਦੀ ਰਾਜਨੀਤੀ ਕਰਨ ਵਾਲੀਆਂ ਸਰਕਾਰਾਂ ਸਨ। ਉਹਨਾਂ ਦੇ ਬਾਰੇ 'ਚ ਲੋਕਾਂ ਦੇ ਮਨ ਵਿੱਚ ਪਹਿਲਾਂ ਇਹ ਹੁੰਦਾ ਸੀ, ਉਹ ਕਿਸੇ ਨੇ ਝੋਟੇ ਨੂੰ ਆਖਿਆ ਉਹ ਤੈਨੂੰ ਚੋਰ ਲੈ ਜਾਣ, ਕਹਿੰਦਾ ਜਿਹੜੇ ਮਰਜ਼ੀ ਲੈ ਜਾਣ, ਆਖਿਰਕਾਰ ਤੇ ਅਸੀਂ ਕੰਮ ਕਰਨਾ, ਗੱਡਾ ਖਿੱਚਣਾ, ਹਲ ਵਾਹੁਣਾ ਤੇ ਪੱਠੇ ਖਾਣੇ ਆ, ਜਿਹੜਾ ਵੀ ਲਿਜਾਊ ਸਾਡੇ ਉੱਤੇ ਬੋਝ ਲੱਦੂਗਾ ਤੇ ਸਾਨੂੰ ਪੱਠੇ ਤੇ ਪਾ ਹੀ ਦਿਆ ਕਰੂਗਾ। ਉਹ ਹਾਲਾਤ ਇੱਦਾਂ ਦੇ ਸਨ ਕਿ ਪੰਜਾਬ ਦੇ ਲੋਕ ਜਦੋਂ ਵੀ ਸਰਕਾਰ ਚੁਣਦੇ ਸੀ, ਪਹਿਲੀ ਸਰਕਾਰ ਵਾਲਿਆਂ ਨੂੰ ਸਜ਼ਾ ਦੇਣ ਵਾਸਤੇ ਨਵੀਂ ਸਰਕਾਰ ਚੁਣਦੇ ਸੀ, ਪਰ ਬਹੁਤੀ ਇਹੋ ਜਿਹੀ ਆਸ ਨਹੀਂ ਸਨ ਰੱਖਦੇ ਹੁੰਦੇ ਕਿ ਨਵੀਂ ਸਰਕਾਰ ਆਵੇਗੀ ਤੇ ਸਾਡਾ ਭ੍ਰਿਸ਼ਟਾਚਾਰ ਤੋਂ ਖਹਿੜਾ ਛਡਾਵੇਗੀ। ਉਹਨਾਂ ਨੂੰ ਇਹ ਪਤਾ ਹੁੰਦਾ ਸੀ ਕਿ ਨਵੇਂ ਜਿਹੜੇ ਆ ਰਹੇ ਨੇ ਇਹ ਵੀ ਪਹਿਲਿਆਂ ਦੀ ਮਾਸੀ ਦੇ ਪੋਤੇ ਨੇ, ਆਪੋ 'ਚ ਬੜਾ ਕੁਛ ਹੁੰਦਾ ਸੀ। ਹੁਣ ਜਿਹੜੀ ਆਈ ਹੈ ਪਾਰਟੀ, ਇਹ ਨਵੀਂ ਸਰਕਾਰ ਨਹੀਂ ਗੀ, ਇਹ ਨਵੀਂ ਕਿਸਮ ਦੀ ਸਰਕਾਰ ਹੈ ਤੇ ਇਹਨੂੰ ਨਵੀਂ ਕਿਸਮ ਦੀ ਸਰਕਾਰ ਬਣ ਕੇ ਵਿਖਾਉਣਾ ਚਾਹੀਦਾ। ਜਦੋਂ ਇਹਦੇ ਵਿੱਚ ਕੁਛ ਉਹ ਲੋਕ ਆ ਗਏ ਸਨ ਜਿਹੜੇ ਪਹਿਲਾਂ ਦੂਸਰੀਆਂ ਪਾਰਟੀਆਂ 'ਚ ਰਹਿ ਚੁੱਕੇ ਸਨ, ਜਦੋਂ ਕੁਛ ਉਹ ਲੋਕ ਆ ਗਏ ਸਨ ਜਿਨ੍ਹਾਂ ਨੂੰ ਟਿਕਟਾਂ ਮਿਲੀਆਂ ਤੇ ਗਲੀ ਗਲੀ ਰੌਲਾ ਪੈ ਗਿਆ ਸੀ ਕਿ ਇਸ ਬੰਦੇ ਨੂੰ ਤੁਸੀਂ ਟਿਕਟ ਦੇ ਦਿੱਤੀ ਹੈ, ਇਹਦੇ ਨਾਲ ਤਾਂ ਤੁਸੀਂ ਪਾੜ ਕੇ ਸੁੱਟ ਦਿੰਦੇ, ਆ ਫਲਾਣੀਆਂ 2 ਸੀਟਾਂ ਤੁਸੀਂ ਨਾ ਵੀ ਲੜਦੇ ਤੇ ਕੀ ਫਰਕ ਪੈਂਦਾ ਸੀ, ਨਾ ਲੜਦੇ ਤੁਸੀਂ ਘੱਟ ਲੜ ਲੈਂਦੇ, ਇਹ ਇਹੋ ਜਿਹੇ ਬੰਦੇ ਨੂੰ ਟਿਕਟ ਕਿਉਂ ਦੇ ਦਿੱਤੀ ਹੈ। ਉਦੋਂ ਹੀ ਸੋਚ ਲੈਣਾ ਚਾਹੀਦਾ ਸੀ, ਉਦੋਂ ਨਹੀਂ ਸੋਚਿਆ ਗਿਆ। ਅੱਜ ਉਹ ਬੰਦੇ ਫਿਰ ਇਸ ਵੇਲੇ ਇਸ ਸਰਕਾਰ ਦੀ ਬਦਨਾਮੀ ਦਾ ਕਾਰਨ ਬਣਨ ਲੱਗ ਪਏ ਨੇ। ਮੈਂ ਕਈਆਂ ਥਾਵਾਂ ਤੋਂ ਰਿਪੋਰਟਾਂ ਪੜ੍ਹਦਾ ਪਿਆ, ਮੈਨੂੰ ਇਹ ਪਤਾ ਕਿ ਕੁਛ ਰਿਪੋਰਟਾਂ ਸਾਡੇ ਕੋਲ ਜਿਹੜੀਆਂ ਆਉਂਦੀਆਂ ਨੇ, ਸਾਨੂੰ ਮੁੜ ਕੇ ਫੋਨ ਤੇ ਆਖਿਆ ਜਾਂਦਾ ਉਹਨਾਂ 'ਚੋਂ ਸੱਚੀਆਂ ਹੁੰਦੀਆਂ ਤੇ ਕੁਝ ਰਿਪੋਰਟਾਂ ਇਹੋ ਜਿਹੀਆਂ ਵੀ ਹੁੰਦੀਆਂ ਜਿਹੜੀਆਂ ਸਾਡੇ ਕੰਨ ਭਰਨ ਲਈ ਹੈ ਕਿ ਅਸੀਂ ਉਹਦੇ ਉੱਤੇ ਚਰਚਾ ਕਰੀਏ। ਜਦੋਂ ਅਸੀਂ ਪੜਤਾਲ ਕਰਾਉਂਦੇ ਹਾਂ ਤੇ ਉਹ ਗੱਲ ਸੱਚੀ ਨਹੀਂ ਨਿਕਲਦੀ, ਪਰ ਕਈ ਰਿਪੋਰਟਾਂ ਇਹੋ ਜਿਹੀਆਂ ਨੇ ਜਿਹੜੀਆਂ ਅਸੀਂ ਪਹਿਲਾਂ ਸਮਝਦੇ ਕਿ ਸੱਚੀਆਂ ਨਹੀਂ ਤੇ ਬਾਅਦ ਵਿੱਚ ਪੜਤਾਲ ਕਰਾਇਆ ਸੱਚੀਆਂ ਨਿਕਲ ਆਉਂਦੀਆਂ। ਮਿਸਾਲ ਦੇ ਤੌਰ ਤੇ ਆਮ ਆਦਮੀ ਪਾਰਟੀ ਦਾ ਇੱਕ MLA ਇਹੋ ਜਿਹਾ ਜਿੱਤਿਆ ਜਿਹਦੀ ਇੱਕ ਕਾਣੀ ਕੌਡੀ ਖਰਚ ਨਹੀਂ ਹੋਈ। ਉਸ ਹਲਕੇ 'ਚ ਇਹ ਵੀ ਦੋਸ਼ ਨਹੀਂ ਲੱਗਾ ਕਿ ਉਹਨੇ ਪੈਸੇ ਦੇ ਕੇ ਟਿਕਟ ਲਈ ਹੈ, ਪਰ ਚਰਚਾ ਕੀ ਚੱਲੀ ਕਿ ਉਹਨੇ ਆਪਣੇ ਬੰਦੇ ਭੇਜ ਕੇ ਰੇਲਵੇ ਸਟੇਸ਼ਨ ਦੇ ਉੱਤੇ ਜਿਹੜੀ ਸਪੈਸ਼ਲ ਟ੍ਰੇਨ ਲੱਗੀ ਆ ਉਹਦੇ ਉੱਤੇ ਮਾਲ ਲੱਦਣ ਵਾਲੇ ਟਰੱਕਾਂ ਵਾਲਿਆਂ ਨੂੰ ਘੇਰ ਲਿਆ ਤੇ ਉਹਨਾਂ ਨੂੰ ਆਖਿਆ ਕਿ ਉਹ ਫਾਰਮੂਲਾ ਰਿਪੀਟ ਕਰੋ ਜੋ ਤੁਸੀਂ ਪਿਛਲੀਆਂ ਸਰਕਾਰਾਂ ਦੇ ਵਕਤ ਉਦੋਂ ਦੇ MLA ਤੇ ਉਹਦੇ ਬੰਦਿਆਂ ਨੂੰ ਦਿੰਦੇ ਰਹੇ ਹੋ, ਉਹ ਹੁਣ ਸਾਡੇ ਬੰਦਿਆਂ ਨੂੰ ਵੀ ਦਿਓ, ਨਹੀਂ ਤੇ ਤੁਹਾਡੇ ਟਰੱਕ ਚੱਲਣ ਨਹੀਂ ਦੇਣੇ। ਰੌਲਾ ਪੈ ਗਿਆ। ਇਹ ਰੌਲਾ ਪੈਣ ਤੋਂ ਬਾਅਦ ਮੈਂ ਉਡੀਕਦਾ ਸਾਂ ਕਿ ਚੰਡੀਗੜ੍ਹ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕੋਈ ਨੁਮਾਇੰਦਾ, ਕੋਈ ਵੱਡਾ ਅਹਿਲਕਾਰ ਜਾਂ ਇਸ ਪਾਰਟੀ ਦਾ ਕੋਈ ਬੁਲਾਰਾ ਉਸ MLA ਦੇ ਬਾਰੇ 'ਚ ਸਥਿਤੀ ਸਪਸ਼ਟ ਕਰੇਗਾ। ਰੌਲਾ ਪੈਣ ਤੋਂ ਬਾਅਦ MLA ਚੁੱਪ ਤਾਂ ਵੱਟ ਗਿਆ, ਪਰ ਸਰਕਾਰ ਦਾ ਬਿਆਨ ਉਹਦੇ ਉੱਤੇ ਨਹੀਂ ਆਇਆ, ਜਦ ਕਿ ਮੈਂ ਚਾਹੁੰਦਾ ਸਾਂ ਕਿ ਸਰਕਾਰ ਇਹ 'ਤੇ ਬਿਆਨ ਦੇਵੇ। ਇੱਦਾਂ ਦੀਆਂ ਗੱਲਾਂ ਜਦੋਂ ਮੈਂ ਕਰਦਾ, ਇਹਦੇ ਵਿੱਚ ਮੈਨੂੰ ਇਹ ਵੀ ਪਤਾ ਕਿ ਸਾਡੀ ਅਫਸਰਸ਼ਾਹੀ ਦੇ ਵਿੱਚ ਵੀ ਬੜੀ ਵੱਖਰੀ ਕਿਸਮ ਦੇ ਲੋਕ ਉੱਥੇ ਬੈਠੇ ਆ। ਮੇਰੇ ਕੋਲ ਇੱਕ ਮਿਸਾਲ ਹੈ ਕਿ ਪਟਿਆਲੇ 'ਚ ਬੈਠੇ ਕੈਪਟਨ ਮਾਟਾ ਨੇ ਰੌਲਾ ਪਾਇਆ ਕਿ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦੇ ਵਿੱਚ 41,000 ਕਰੋੜ ਰੁਪਏ ਦਾ ਘਪਲਾ ਹੋ ਗਿਆ। ਉਹ ਪਿਛਲੀਆਂ 2 ਸਰਕਾਰਾਂ ਦੇ ਵਕਤ ਘਪਲਾ ਹੋਇਆ। ਉਹਨੂੰ ਆਸ ਸੀ ਕਿ ਨਵੀਂ ਸਰਕਾਰ ਆਈ ਤੋਂ ਬਾਅਦ ਉਹਨਾਂ ਅਫਸਰਾਂ ਦੇ ਖਿਲਾਫ ਕਾਰਵਾਈ ਹੋਵੇਗੀ। ਉਹਨੇ ਰਿਕਾਰਡ ਸਾਰਾ ਮੇਰੇ ਕੋਲ ਵੀ ਭੇਜਿਆ, ਮੈਂ ਵੀ ਆਪਣੇ 2 ਪ੍ਰੋਗਰਾਮਾਂ ਦੇ ਵਿੱਚ ਰੱਖ ਚੁੱਕਾ। ਉਹਦੇ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ। ਮੈਂ ਫਿਰ ਚੰਡੀਗੜ੍ਹ ਤੋਂ ਪਤਾ ਕੀਤਾ ਕਿ ਕਾਰਵਾਈ ਹੋ ਕਿਉਂ ਨਹੀਂ ਰਹੀ। ਉਹਨਾਂ ਨੇ ਅੱਗੋਂ ਜਵਾਬ ਇਹ ਦਿੱਤਾ ਕਿ ਜੇ ਇਹੋ ਜਿਹੀਆਂ ਸਾਰੀਆਂ ਗੱਲਾਂ 'ਤੇ ਕਾਰਵਾਈ ਕਰਨ ਲੱਗ ਪਏ, ਇਹ ਜਵਾਬ ਭਗਵੰਤ ਮਾਨ ਨੇ ਨਹੀਂ ਦਿੱਤਾ, ਇਹ ਜਵਾਬ ਉਹਦੇ ਕਿਸੇ ਮੰਤਰੀ ਨੇ ਨਹੀਂ ਦਿੱਤਾ, ਪਰ ਸਰਕਾਰ ਨੂੰ ਨੇੜਿਓਂ ਜਾਣਨ ਵਾਲੇ ਲੋਕਾਂ 'ਚੋਂ ਇੱਕ ਨੇ ਆਖਿਆ, ਕਹਿੰਦਾ ਸਰਕਾਰ ਫਿਰ ਚਲਾਉਣੀ ਕਿੱਦਾਂ? ਮੈਂ ਕਿਹਾ ਕਿਉਂ, ਸਰਕਾਰ ਕਰਪਸ਼ਨ ਦੇ ਪੈਸੇ ਨਾਲ ਚੱਲਦੀ ਹੈ? ਕਹਿੰਦੇ ਨਹੀਂ, 41,000 ਕਰੋੜ ਦੇ ਉਸ ਸਕੈਂਡਲ ਵਿੱਚ ਜਿਹੜੇ 4-5 ਵੱਡੇ ਅਫਸਰਾਂ ਦੇ ਨਾਂ ਆਉਂਦੇ ਦੱਸੇ ਜਾਂਦੇ ਨੇ, ਉਹ ਅਫਸਰ ਇਸ ਅਫਸਰਸ਼ਾਹੀ 'ਚ ਐਡੇ ਭਾਰੂ ਨੇ ਕਿ ਉਹਨਾਂ ਨੂੰ ਹੱਥ ਲਾਇਆ ਤੇ ਸਾਰਾ ਪ੍ਰਸ਼ਾਸਨ ਹਿੱਲ ਜਾਣਾ। ਉਹਨਾਂ ਨੂੰ ਹੱਥ ਲਾਇਆ ਤੇ ਪੰਜਾਬ ਦੇ ਪ੍ਰਸ਼ਾਸਨ 'ਚ ਸੁਨਾਮੀ ਆ ਸਕਦੀ ਹੈ। ਮੈਂ ਇਹ ਵੀ ਗੱਲ ਪੁੱਛੀ ਕਿ ਤੁਸੀਂ ਕਈਆਂ ਥਾਵਾਂ 'ਤੇ ਕਹਿੰਦੇ ਆ ਕਿ ਪੰਚਾਇਤੀ ਜ਼ਮੀਨਾਂ 'ਤੇ ਕਬਜ਼ੇ ਹੁੰਦੇ, ਅਸੀਂ ਤੋੜਨੇ ਆ, ਅਸੀਂ ਰੋਕਣੇ ਆ। ਅੱਡ-ਅੱਡ ਥਾਵਾਂ 'ਤੇ ਕਿਤੇ ਤੁਸੀਂ 30 ਏਕੜ ਦਾ ਕਬਜ਼ਾ ਵੀ ਤੋੜਿਆ, ਕਿਤੇ ਤੁਸੀਂ 15 ਏਕੜ ਦਾ ਕਬਜ਼ਾ ਵੀ ਤੋੜਿਆ, ਕਿਸੇ ਥਾਂ 'ਤੇ 400 ਏਕੜ ਦਾ ਕਬਜ਼ਾ ਵੀ ਇੱਕੋ ਦਿਨ ਜਾ ਕੇ ਤੋੜਤਾ। ਫਲਾਣੇ
ਵੱਡੇ ਲੋਕਾਂ ਦੇ ਨਾਂ ਆਉਂਦੇ ਪਏ ਆ, ਉਹਨਾਂ ਬਾਰੇ ਅਜੇ ਸਰਕਾਰ ਕਹਿੰਦੀ ਹੈ ਕਿ ਅਸੀਂ ਤਾਂ ਜੀ ਆਪਣੇ ਢੰਗ ਨਾਲ ਜਿਹੜੀ ਰਿਪੋਰਟ ਆਉਂਦੀ ਆ ਉਹਦੇ ਮੁਤਾਬਕ ਕਾਰਵਾਈ ਕਰਦੇ ਪਏ ਹਾਂ। ਪਰ ਜਿਹੜੇ ਸਰਕਾਰ ਨਾਲ ਜੁੜੇ ਲੋਕ ਆ ਉਹ ਕਹਿੰਦੇ ਜੀ ਜਿੱਥੋਂ ਕਾਰਵਾਈ ਹੋਣੀ ਆ ਉੱਥੇ ਇਸ ਤਰ੍ਹਾਂ ਦੇ ਲੋਕ ਬੈਠੇ ਆ ਕਿ ਸਰਕਾਰ ਦੀ ਕਾਰਵਾਈ ਹੋਣ ਨਹੀਂ ਦੇ ਰਹੇ। ਹੋ ਸਕਦਾ ਇਹ ਗੱਲ ਸੱਚੀ ਹੋਵੇ ਕਿ ਸਰਕਾਰ ਚਾਹੁੰਦੀ ਹੋਵੇ ਕਾਰਵਾਈ ਕਰਨਾ ਤੇ ਸਰਕਾਰ ਨੂੰ ਦੱਸੇ ਬਗੈਰ ਹੇਠਲੇ ਅਫਸਰੇ ਝਿੜਕੇ ਪਾਉਂਦੇ ਹੋਣ। ਕਈ ਕਿਸਮ ਦੇ ਇਹ ਕੰਮ ਹੋ ਸਕਦੇ ਆ ਜਿਨ੍ਹਾਂ ਦਾ ਸ਼ਾਇਦ ਸਾਨੂੰ ਪਤਾ ਨਾ ਹੋਵੇ, ਪਰ ਕਈ ਗੱਲਾਂ ਇਹੋ ਜਿਹੀਆਂ ਨੇ ਜਿਹੜੀਆਂ ਸਰਕਾਰ ਨੂੰ ਰੋਕਣੀਆਂ ਚਾਹੀਦੀਆਂ। ਮੈਨੂੰ ਇਹ ਪਤਾ ਲੱਗਾ ਕਿ ਕਾਲਜਾਂ ਦੇ ਮਾਮਲੇ ਦੇ ਵਿੱਚ ਪਿਛਲੇ ਸਮੇਂ ਵਿੱਚ ਸਰਕਾਰ ਨੂੰ ਦੱਸੇ ਬਗੈਰ ਇੱਕ ਵੱਡੇ ਅਫਸਰ ਨੇ ਇਸ ਤਰ੍ਹਾਂ ਦਾ ਰਿਲੀਜ਼ ਆਰਡਰ ਜਾਰੀ ਕਰ ਦਿੱਤਾ, ਜਿਹੜਾ ਉਹਨੂੰ ਕਰਨ ਤੋਂ ਪਹਿਲਾਂ 10 ਵਾਰੀ ਪੰਜਾਬ ਦੇ ਖਜ਼ਾਨਾ ਮੰਤਰੀ ਤੋਂ ਤੇ ਪੰਜਾਬ ਦੇ ਮੁੱਖ ਮੰਤਰੀ ਤੋਂ ਸਹਿਮਤੀ ਲੈਣੀ ਚਾਹੀਦੀ ਸੀ, ਪਰ ਉਹਨੇ ਚੁੱਪ ਕਰਕੇ ਕਰ ਦਿੱਤਾ। ਇਹੋ ਜਿਹੀਆਂ ਗੱਲਾਂ ਮੇਰੇ ਕੋਲ ਆਉਂਦੀਆਂ ਨੇ ਕਿ ਕਾਲਜਾਂ ਦੇ ਵਿੱਚ ਕਿੰਨੇ ਵੱਡੇ ਘਪਲੇ ਹੋਏ, ਉਹਨਾਂ ਨੂੰ ਰੋਕਿਆ ਨਹੀਂ ਗਿਆ। ਕਿਹਨੇ ਨਹੀਂ ਰੋਕਿਆ? ਇਹ ਸਰਕਾਰ ਦੇ ਪੱਧਰ ਤੱਕ ਗੱਲ ਹੀ ਨਹੀਂ ਗਈ। ਹੇਠਲੇ ਪੱਧਰ ਵਾਲਿਆਂ ਨੇ ਜਿਹੜੀ ਯੂਨੀਵਰਸਿਟੀ ਚੰਡੀਗੜ੍ਹ 'ਚ ਚੱਲਦੀ ਪੰਜਾਬ ਯੂਨੀਵਰਸਿਟੀ, ਉਹਦੇ ਜਿਹੜੇ ਕੁਝ ਵੱਡੇ ਅਹਿਲਕਾਰ ਆ ਉਹਨਾਂ ਨਾਲ ਮਿਲ ਕੇ ਇਹੋ ਜਿਹਾ ਕਾਲਾ-ਮਾਲਾ ਕੀਤਾ ਕਿ ਦਿੱਲੀ ਤੱਕ ਉਹਨਾਂ ਦੀ ਪਹੁੰਚ ਹੈ। ਔਰ ਇੱਕ ਬਹੁਤ ਵੱਡੀ ਆਰਗੇਨਾਈਜੇਸ਼ਨ ਜਿਹੜੀ ਦੇਸ਼ ਵਿੱਚ ਵੀ ਤੇ ਪੰਜਾਬ ਵਿੱਚ ਵੀ ਬਹੁਤ ਸਾਰੇ ਵਿਦਿਅਕ ਅਦਾਰਿਆਂ ਨੂੰ ਚਲਾਉਂਦੀ ਆ, ਉਸ ਆਰਗੇਨਾਈਜੇਸ਼ਨ ਦੀ ਪਹੁੰਚ ਦੇ ਸਦਕਾ ਉਹ ਅਜੇ ਤੱਕ ਬਚੇ ਜਾਂਦੇ ਆ। ਰੌਲਾ ਤੇ ਇਸ ਗੱਲ ਦਾ ਵੀ ਪਿਆ, ਪਰ ਮੈਂ ਉਹਨਾਂ ਰੌਲਿਆਂ ਦੇ ਵਿੱਚ ਵਕਤ ਬਹੁਤਾ ਖਰਾਬ ਨਹੀਂ ਕਰਨਾ ਚਾਹੁੰਦਾ। ਮੈਂ ਉਹਦੇ ਬਜਾਏ ਦੂਜੀ ਗੱਲ 'ਤੇ ਆਉਣਾ ਚਾਹੁੰਦਾ। ਮੇਰੇ ਕੋਲ ਇਹੋ ਜਿਹੀ ਫਸਟ ਹੈਂਡ ਇਨਫੋਰਮੇਸ਼ਨ ਹੈ, ਇਹੋ ਜਿਹੀਆਂ ਸੂਚਨਾਵਾਂ ਬਹੁਤ ਸਾਰੇ ਥਾਵਾਂ ਤੋਂ ਨੇ ਕਿ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹ ਰੋਗ ਪਠੋਰੇ ਨੂੰ, ਜਿਹੜਾ ਉਹ ਰੋਗ ਲੱਗ ਗਿਆ ਨਹਿਰੂ ਨੂੰ, ਜਿਹੜਾ ਰੋਗ ਸੀ ਗੋਰੇ ਨੂੰ। ਇਹ ਜਿਹੜਾ ਕਵਿਤਾ ਦਾ ਟੋਟਕਾ ਇਹ ਮੈਂ ਨਹੀਂ ਸੁਣਾਇਆ, ਇਹ ਬਾਬਾ ਰੂਟ ਸਿੰਘ ਇਨਕਲਾਬ ਨਾਂ ਦਾ ਇੱਕ ਬੁੱਢਾ ਹੁੰਦਾ ਸੀ ਆਜ਼ਾਦੀ ਘੁਲਾਟੀਆ, ਉਹ ਆਮ ਤੌਰ 'ਤੇ ਗਾਉਂਦਾ ਹੁੰਦਾ ਸੀ। ਉਹ ਬਾਰ-ਬਾਰ ਇਹ ਕਹਿੰਦਾ ਸੀ ਕਿ ਜੋ ਕੁਝ ਅੰਗਰੇਜ਼ਾਂ ਦੇ ਵੇਲੇ ਹੁੰਦਾ ਰਿਹਾ ਉਹ ਸਾਰਾ ਕੁਝ ਹੁਣ ਹੁੰਦਾ ਪਿਆ। ਹੁਣ ਪੰਜਾਬ ਵਿੱਚ ਕੀ ਹੋ ਰਿਹਾ? ਅਸਲੀ ਪਿਛਲੀਆਂ 2 ਸਰਕਾਰਾਂ ਦੇ ਵੇਲੇ ਇਸ ਗੱਲ ਦਾ ਰੌਲਾ ਪਾਉਂਦੇ ਰਹੇ ਕਿ ਤੁਹਾਡੇ ਵਿਧਾਇਕਾਂ ਨੂੰ ਇਹ ਕਿੱਥੋਂ ਹੱਕ ਮਿਲ ਗਿਆ ਕਿ ਉਹਨਾਂ ਸਾਰਿਆਂ ਨੇ ਜਾ ਕੇ ਫਟਾਫਟ ਆਪੋ ਆਪਣੀਆਂ ਇੰਟਰਲਾਕਿੰਗ ਟਾਈਲਾਂ ਬਣਾਉਣ ਦੀਆਂ ਫੈਕਟਰੀਆਂ ਲਾ ਲਈਆਂ ਨੇ। ਪੰਜਾਬ ਦੇ ਵਿੱਚ 60% ਤੋਂ ਵੱਧ ਵਿਧਾਇਕਾਂ ਨੇ ਆਪੋ ਆਪਣੀਆਂ ਫੈਕਟਰੀਆਂ ਲਾ ਲਈਆਂ ਤੇ ਉਹਨਾਂ ਦੀਆਂ ਫੈਕਟਰੀਆਂ ਕਿਸੇ ਨੇ ਆਪਣੇ ਨਾਂ 'ਤੇ ਲਾਈ, ਕਿਸੇ ਨੇ ਪੁੱਤ ਭਤੀਜੇ ਜਾਂ ਰਿਸ਼ਤੇਦਾਰ ਸਾਂਢੂ ਜਾਂ ਜਵਾਈ ਦੇ ਨਾਂ 'ਤੇ ਲਾਈ ਤੇ ਉਹਨਾਂ ਦੀਆਂ ਫੈਕਟਰੀਆਂ ਦੇ ਵਿੱਚੋਂ ਉਹ ਟਾਈਲਾਂ ਪੰਚਾਇਤਾਂ ਨੂੰ ਸਪਲਾਈ ਹੁੰਦੀਆਂ ਸਨ। ਜਿਹੜੀ ਪੰਚਾਇਤ ਨੂੰ ਗ੍ਰਾਂਟ ਮਿਲਦੀ ਸੀ, ਪੰਚਾਇਤ ਤੋਂ ਗ੍ਰਾਂਟ ਦਾ ਚੈੱਕ ਦੇ ਕੇ ਤੇ ਨਾਲ ਹੀ ਦੂਸਰਾ ਚੈੱਕ ਉਸ ਫੈਕਟਰੀ ਦੇ ਨਾਂ ਦਾ ਕਟਾ ਲਿਆ ਜਾਂਦਾ ਸੀ ਕਿ ਮਾੜੀਆਂ ਚੰਗੀਆਂ ਜਿੱਦਾਂ ਦੀਆਂ ਵੀ ਹੋਣ ਟਾਈਲਾਂ ਤੁਸੀਂ ਉਹਨਾਂ ਤੋਂ ਲੈਣੀਆਂ। ਜਿਹੜੀ ਗੱਲ ਮੈਂ ਕਹਿੰਦਾ ਮੇਰੇ ਕੋਲ ਫਸਟ ਹੈਂਡ ਇਨਫੋਰਮੇਸ਼ਨ ਹੈ ਉਹ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕਾਂ ਨੇ ਉਹਨਾਂ ਹੀ ਪੰਚਾਇਤਾਂ ਦੇ ਸਰਪੰਚਾਂ ਨੂੰ ਸੱਦ ਕੇ ਦਬਕਾ ਮਾਰਿਆ ਕਿ ਬੱਚੂ ਤੁਹਾਡੀ ਕਰਾਵਾਂਗੇ ਇਨਕੁਆਇਰੀ, ਤੁਸੀਂ ਜਾਓਗੇ ਜੇਲ੍ਹ ਵਿੱਚ, ਤੁਹਾਡੀਆਂ ਕੱਸਾਂਗੇ ਮੁਸ਼ਕਾਂ, ਤੁਸੀਂ ਪਿਛਲੀ ਸਰਕਾਰ ਨਾਲ ਮਿਲ ਕੇ ਖਾਂਦੇ ਰਹੇ ਨਾ, ਆਹ ਲਾਈਆਂ ਸੀ ਟਾਈਲਾਂ, ਇਹਦੇ ਉੱਤੇ ਇੰਨੇ ਲੱਖ ਆਏ, ਇਹ ਦੱਸ ਤੇਰੀ ਜੇਬ 'ਚ ਕਿੰਨੇ ਗਏ ਤੇ ਪਿਛਲੇ MLA ਨੂੰ ਕਿੰਨੇ ਦਿੱਤੇ ਸੀ। ਜਦੋਂ ਆਹ ਗੱਲ ਆਖੀ ਗਈ ਤੇ ਉਹਨਾਂ ਸਰਪੰਚਾਂ ਨੇ ਅੱਗੋਂ ਹੱਥ ਜੋੜ ਕੇ ਆਖਿਆ ਅਸੀਂ ਉਹਨਾਂ ਦੇ ਵੀ ਦਾਸ ਹਾਂ, ਤੁਹਾਡੀ ਸੇਵਾ ਕਰਨ ਨੂੰ ਵੀ ਤਿਆਰ ਹੈ, ਤੁਸੀਂ ਮੌਕਾ ਤਾਂ ਦਿਓ। ਔਰ ਉਹ ਜਿਹੜਾ ਸੀ ਕੰਮ ਉਹਦੇ ਵਿੱਚੋਂ ਹਿੱਸਾ ਪੱਤੀ ਹੁਣ ਇਸ ਪਾਸੇ ਨੂੰ ਵੀ ਚੱਲ ਪਈ ਆ। ਜਿੰਨੇ ਕੁ ਉਸ ਵਕਤ ਦੇ ਘਾਲੇ ਮਾਲੇ ਸਨ ਤੇ ਜਿਹੜੇ ਘਾਲੇ ਮਾਲੇ ਕਰਨ ਵਾਲੇ ਘਪਲੇ ਬਾਜ਼ ਸਨ, ਉਹਨਾਂ ਸਾਰਿਆਂ ਤੱਕ ਜੇ ਆਮ ਆਦਮੀ ਪਾਰਟੀ ਦੀ ਨਵੀਂ ਸਰਕਾਰ, ਮੈਂ ਫਿਰ ਕਹੂੰਗਾ ਨਵੀਂ ਸਰਕਾਰ ਨਹੀਂ, ਨਵੀਂ ਕਿਸਮ ਦੀ ਸਰਕਾਰ, ਇਹਦੇ ਪੁਰਜੇ ਵੀ ਉੱਥੋਂ ਤੱਕ ਜਾ ਕੇ ਉਹਨਾਂ ਦੇ ਨਾਲ ਰਲ ਗਏ ਆ, ਉਹੋ ਹੀ ਕਰਪਸ਼ਨ ਦੀ ਗਰੀਸ ਇਹਨਾਂ ਨੂੰ ਵੀ ਲੱਗਣ ਲੱਗ ਪਈ ਆ। ਤੇ ਫਿਰ ਲੋਕ ਇਹ ਤੋਂ ਇਨਸਾਫ ਦੀ ਆਸ ਕਿਸ ਤਰ੍ਹਾਂ ਰੱਖਣਗੇ? ਇਸ ਨਵੀਂ ਸਰਕਾਰ ਦੇ ਜਾਂ ਨਵੀਂ ਕਿਸਮ ਦੀ ਸਰਕਾਰ ਦੇ ਮੁੱਖ ਮੰਤਰੀ ਦੇ ਉੱਤੇ ਅਜੇ ਤੱਕ ਕੋਈ ਇਲਜ਼ਾਮ ਨਹੀਂ ਲੱਗਦਾ, ਪਰ ਉਹਦੇ ਖੱਬੇ ਸੱਜੇ ਵਾਲਿਆਂ 'ਤੇ ਕੁਝ ਇਲਜ਼ਾਮ ਲੱਗਣ ਲੱਗ ਪਏ ਨੇ। ਉਹਨੂੰ ਆਪਣਾ ਆਸਾ ਪਾਸਾ ਸਾਫ਼ ਕਰਨਾ ਪਏਗਾ। ਨਹੀਂ ਤਾਂ ਮੈਂ ਇੱਕ ਗੱਲ ਦੱਸ ਦਿਆਂ ਕਿ ਆਮ ਲੋਕ ਕਹਿੰਦੇ ਆ ਕਿ ਚੋਰ ਤੇ ਸਾਧ ਦਾ ਫਰਕ ਹੀ ਹੁੰਦਾ। ਚੋਰ ਚੋਰੀ ਕਰਦਾ ਹੋਵੇ ਤੇ ਲੋਕੀ ਲਾਹਨਤਾਂ ਪਾਉਂਦੇ ਆ ਕਿ ਤੂੰ ਸਾਰੀ ਉਮਰ ਸੁਧਰਿਆ ਨਹੀਂ, ਤੇਰਾ ਦਾਦਾ ਚੋਰੀਆਂ ਕਰਦਾ ਰਿਹਾ, ਤੇਰਾ ਪੜਦਾਦਾ ਚੋਰੀਆਂ ਕਰਦਾ ਰਿਹਾ, ਤੇਰੇ ਪਿਓ ਨੂੰ ਮੁਸ਼ਕਾਂ ਬੰਨ੍ਹ ਕੇ ਥਾਣੇ ਦੇ ਬਾਹਰ ਵਾਲ ਖਿਲਾਰ ਕੇ ਬਿਠਾ ਦਿੰਦੇ ਹੁੰਦੇ ਸੀ, ਤੂੰ ਤਾਂ ਹਟਣਾ ਹੀ ਨਹੀਂ। ਪਰ ਜਦੋਂ ਸਾਧ ਆਉਂਦਾ ਉਹਨੂੰ ਲੋਕੀ ਇਹ ਨਹੀਂ ਕਹਿੰਦੇ ਵੀ ਤੂੰ ਚੋਰੀ ਕੀਤੀ ਹੈ। ਜੇ ਸਾਧ ਚੋਰੀ ਕਰਦਾ ਫੜਿਆ ਜਾਵੇ, ਲੋਕ ਕਦੇ ਇਹ ਨਹੀਂ ਕਹਿਣਗੇ ਕਿ ਸਾਧਾ ਤੂੰ ਚੋਰੀ ਕੀਤੀ ਹੈ, ਲੋਕੀ ਇਹ ਕਹਿਣਗੇ ਸਾਧਾ ਤੂੰ ਵੀ। ਉਹ ਜਿਹੜੀ ਵੀ ਆ ਉਹ ਇਹ ਦੱਸਦੀ ਆ
ਕਿ ਘੱਟੋ ਘੱਟ ਤੇਰੇ ਤੋਂ ਸਾਨੂੰ ਇਸ ਗੱਲ ਦੀ ਆਸ ਨਹੀਂ ਸੀ ਕਿ ਤੂੰ ਵੀ ਉਹ ਕੁਝ ਕਰੇਂਗਾ ਜੋ ਤੇਰੇ ਤੋਂ ਪਹਿਲਾਂ ਚੋਰ ਕਰਦਾ ਸੀ, ਚੋਰ ਦਾ ਬਾਪ ਕਰਦਾ ਸੀ, ਚੋਰ ਦਾ ਦਾਦਾ ਕਰਦਾ ਸੀ, ਚੋਰ ਦਾ ਪੜਦਾਦਾ ਕਰਦਾ ਸੀ। ਉਹ ਤਾਂ ਚੋਰ ਸਨ ਤੇ ਚੋਰਾਂ ਨੂੰ ਲਾਹਨਤ ਪਾਉਣ ਤੋਂ ਸਿਵਾ ਅਸੀਂ ਕੱਖ ਕਰ ਨਹੀਂ ਸਕਦੇ। ਪਰ ਤੂੰ ਤਾਂ ਸਾਧ ਸਾਂ, ਤੇਰੇ ਤੇ ਸਾਨੂੰ ਆਸ ਬੜੀ ਸੀ, ਤੂੰ ਸਾਡੀ ਆਸ ਤੋੜ ਦਿੱਤੀ ਹੈ। ਜਿਹੜਾ ਇਸ ਵੇਲੇ ਵਾਅਦਾ ਕਰਕੇ ਤੁਸੀਂ ਆਏ ਹੋ ਸਰਕਾਰ ਦੇ ਵਿੱਚ, ਜਿਹੜੀਆਂ ਗੱਲਾਂ ਤੁਸੀਂ ਕਰਕੇ ਆਏ ਹੋ ਸਰਕਾਰ ਦੇ ਵਿੱਚ, ਪੰਜਾਬ ਦੇ ਲੋਕ ਹੱਥਾਂ ਤੇ ਸਰੋਂ ਜਮਾਉਣ ਦਾ ਫਾਰਮੂਲਾ ਜਿਹੜਾ ਉਹ ਵਰਤਣਾ ਚਾਹੁੰਦੇ ਨੇ। ਪੰਜਾਬ ਦੇ ਲੋਕ ਬਿਲਕੁਲ ਨਹੀਂ ਚਾਹੁੰਦੇ ਕਿ ਸਾਡਾ ਇਹ ਤਜਰਬਾ ਫੇਲ ਹੋਵੇ। ਪੰਜਾਬ ਦੇ ਲੋਕ ਬੜੇ ਤੁਹਾਡੇ ਵੱਲ ਉਲਾਰ ਹੋਏ ਸਨ। ਉਹਨਾਂ ਨੇ ਨੱਕੋ ਨੱਕ ਜਿਹੜੀ ਕਰਪਸ਼ਨ ਸੀ, ਜਿਹਦੀ ਸੜਿਆਨ ਦੇ ਵਿੱਚ ਇਸ ਵੇਲੇ ਉਹਨਾਂ ਦਾ ਸਾਹ ਘੁੱਟਣ ਲੱਗ ਪਿਆ ਸੀ, ਜਿਹੜੀ ਉਹਨਾਂ ਦੇ ਘਰਾਂ ਤੱਕ ਚੁੱਲ੍ਹਿਆਂ ਤੱਕ ਪਹੁੰਚ ਗਈ ਸੀ, ਜਿਹੜੀ ਕਰਪਸ਼ਨ ਜਿਹੜੀ ਆ ਸ਼ਮਸ਼ਾਨ ਘਾਟ ਤੱਕ ਪਹੁੰਚ ਗਈ। ਜੇ ਸ਼ਮਸ਼ਾਨ ਘਾਟ ਨੂੰ ਗ੍ਰਾਂਟ ਦਿੱਤੀ ਜਾਂਦੀ ਤੇ ਉਹਦੇ ਵਿੱਚੋਂ ਵੀ ਮੰਤਰੀ ਤੇ ਵਿਧਾਇਕ ਹਿੱਸਾ ਲੈਣ ਲੱਗ ਪਏ ਸਨ। ਜਿਹੜੀ ਕਰਪਸ਼ਨ ਇੱਥੋਂ ਤੱਕ ਪਹੁੰਚ ਗਈ ਸੀ, ਉਸ ਕਰਪਸ਼ਨ ਤੋਂ ਤੰਗ ਆ ਕੇ ਪੰਜਾਬ ਦੇ ਲੋਕਾਂ ਨੇ ਤੁਹਾਨੂੰ, ਭਗਵੰਤ ਮਾਨ ਜੀ, ਤੁਹਾਨੂੰ, ਤੁਹਾਡੀ ਆਮ ਆਦਮੀ ਪਾਰਟੀ ਨੂੰ 117 ਦੇ ਵਿੱਚੋਂ 92 ਸੀਟਾਂ ਦਿੱਤੀਆਂ। ਇਹ ਬਹੁਤ ਵੱਡੀ ਲੋਕਾਂ ਦੀ ਦਿਆਲਤਾ ਸੀ। ਲੋਕਾਂ ਤੁਹਾਡੇ ਤੇ ਭਰੋਸਾ ਕੀਤਾ। ਇਹ ਭਰੋਸਾ ਜਿਹੜਾ ਅਸੀਂ ਤਾਂ ਅਰਦਾਸ ਵਿੱਚ ਵੀ ਸਵੇਰੇ ਕਹਿੰਦੇ ਹਾਂ, ਵਸਾ ਦਾਨ ਭਰੋਸਾ ਦਾਨ। ਇਹ ਜਿਹੜਾ ਭਰੋਸਾ ਤੁਹਾਡੇ ਉੱਤੇ ਕੀਤਾ ਲੋਕਾਂ ਨੇ, ਇਸ ਭਰੋਸੇ ਨੂੰ ਕਾਇਮ ਰੱਖਣਾ ਇਹ ਤੁਹਾਡੀ ਜ਼ਿੰਮੇਵਾਰੀ ਹੈ। ਮੈਂ ਫਿਰ ਕਹਿੰਦਾ ਕਿ ਤੁਹਾਡੀ ਸਰਕਾਰ ਨਵੀਂ ਸਰਕਾਰ ਨਹੀਂ। 2 ਮਹੀਨੇ ਲੰਘਣ ਤੋਂ ਬਾਅਦ ਵੀ ਲੋਕੀ ਅਜੇ ਤੱਕ ਇਹਨੂੰ ਨਵੀਂ ਕਿਸਮ ਦੀ ਸਰਕਾਰ ਮੰਨਦੇ ਆ। ਜੇ ਤੁਸੀਂ ਨਵੀਂ ਕਿਸਮ ਦੀ ਸਰਕਾਰ ਮੰਨਦੇ ਹੋ ਤੇ ਤੁਹਾਨੂੰ ਤੁਹਾਡੇ ਅੰਦਰ ਜਿਹੜੇ ਕੁਝ ਥੋੜ੍ਹੇ ਜਿਹੇ ਇਹ ਗਲੇ ਸੜੇ ਖਰਬੂਜੇ ਤੁਹਾਡੀ ਟੋਕਰੀ 'ਚ ਪਏ ਨੇ, ਜਿਹੜੇ ਕੁਝ ਇਹੋ ਜਿਹੇ ਲੋਕ ਨੇ ਜਿਹੜੇ ਇਨਫੈਕਟਡ ਨੇ, ਜਿਨ੍ਹਾਂ ਦੇ ਵਿੱਚ ਨੁਕਸ ਨੇ, ਜੇ ਉਹ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਆ, ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ, ਮਿਸਾਲੀ ਕਾਰਵਾਈ ਕਰਨੀ ਚਾਹੀਦੀ ਹੈ। 92 ਜਣਿਆਂ ਦੇ ਵਿੱਚੋਂ ਜੇ 10-12 ਝਟਕਣੇ ਵੀ ਪੈਣ ਤਾਂ ਉਹਨਾਂ ਦਾ ਝਟਕਾ ਕਰ ਦੇਣਾ ਚਾਹੀਦਾ, ਕੱਢ ਦੇਣੇ ਚਾਹੀਦੇ ਆ, ਉਹਨਾਂ ਦੇ ਖਿਲਾਫ ਕਾਰਵਾਈ ਕਰ ਦੇਣੀ ਚਾਹੀਦੀ ਹੈ। ਕੋਈ ਪਹਾੜ ਨਹੀਂ ਡਿੱਗਣ ਲੱਗਾ। ਤੁਸੀਂ ਇੱਕ ਇਹੋ ਜਿਹਾ ਕੱਢੋ, ਤੁਹਾਨੂੰ ਲੋਕ 11 ਹੋਰ ਦੇਣਗੇ। ਪਰ ਜੇ ਨਾ ਕੱਢੋ ਫਿਰ ਤੁਹਾਡੇ ਵਾਸਤੇ ਮੁਸ਼ਕਲ ਆਵੇਗੀ। ਮੈਂ ਆਸ ਰੱਖੂੰਗਾ ਕਿ ਜੇ ਤੁਸੀਂ ਨਵੀਂ ਕਿਸਮ ਦੀ ਸਰਕਾਰ ਬਣਾਈ ਆ, ਸਿਰਫ ਨਵੀਂ ਸਰਕਾਰ ਨਹੀਂ ਬਣਾਈ, ਤੇ ਲੋਕਾਂ ਦੇ ਮਨ 'ਚ ਜਿਹੜਾ ਭਰੋਸਾ ਹੈ, ਉਸ ਭਰੋਸੇ ਨੂੰ ਕਾਇਮ ਰੱਖਿਓ। ਉਸ ਭਰੋਸੇ ਨੂੰ ਕਾਇਮ ਰੱਖਿਓ ਜਿਹੜਾ ਚੋਰ ਨੂੰ ਕਹਿੰਦਾ ਤੂੰ ਤੇ ਇਹੋ ਹੀ ਕਰਨਾ, ਪ੍ਰਸਾਦ ਨੂੰ ਕਹਿੰਦਾ ਤੂੰ ਵੀ। ਉਸ ਵੀ ਆਖਣ ਤੋਂ ਬਚਿਓ। ਜੇ ਇਹ ਵੀ ਆਖਿਆ ਗਿਆ, ਇਹ ਸਿਰਫ ਤੁਹਾਡੀ ਸਰਕਾਰ ਤੇ ਨਹੀਂ, ਇਸ ਸਿਸਟਮ ਤੇ ਬੇਭਰੋਸਗੀ ਹੋਵੇਗੀ। ਇੰਨੀਆਂ ਗੱਲਾਂ ਨਾਲ ਮੈਂ ਦਰਸ਼ਕਾਂ ਦਾ ਧੰਨਵਾਦ ਕਰਦਾ। ਤੁਸੀਂ ਸਾਰੇ ਵੇਖਦੇ ਰਹੋ ਟੀਵੀ ਪ੍ਰਾਈਮ ਏਸ਼ੀਆ, ਤੁਹਾਡਾ ਆਪਣਾ, ਤੁਹਾਡੇ ਲਈ।